ਸ਼ਲੋਕ ਮਹਿਲਾ ਤੀਜਾ। ਸੂਹਵੀਏ ਸੂਹਾ ਸਭ ਸੰਸਾਰ ਹੈ, ਜਿਨ ਦੁਰਮਤ ਦੂਜਾ ਭਾਉ। ਖਿਨ ਮਹਿ ਝੂਠ ਸਭ ਬਿਨਸ ਜਾਏ, ਜਿਉ ਟਿਕੈ ਨਾ ਬਿਰਖ ਕੀ ਛਾਉ। ਤਾਂ ਇਸ ਪਾਵਨ ਸ਼ਬਦ ਸ਼ਲੋਕਾਂ ਦੇ ਅੰਦਰ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਸਮਝਾਇਆ ਹੈ ਕਿ ਹੁਕਮੀ ਬੰਦੇ ਮਾਇਆ ਨੂੰ ਛੱਡ ਕੇ ਇੱਕ ਹਰੀ ਦੇ ਪ੍ਰੇਮ ਦੇ ਅੰਦਰ ਜ਼ਿੰਦਗੀ ਗੁਜ਼ਾਰਦੇ ਨੇ। ਮਾਇਆ ਦਾ ਮੋਹ ਇੱਕ ਕਿਸਮ ਦਾ ਹਨੇਰਾ ਹੈ। ਇਹ ਗੱਲ ਸਾਨੂੰ ਗੁਰੂ ਸਮਝਾਉਂਦਾ ਹੈ ਔਰ ਗੁਰੂ ਦੇ ਗਿਆਨ ਰਾਹੀਂ ਮਨੁੱਖ ਜਿਹੜਾ ਹੈ ਇਸ ਵਿਕਾਰਾਂ ਦੇ, ਪਾਪਾਂ, ਅਪਰਾਧਾਂ ਦੇ ਹਨੇਰੇ ਤੋਂ ਬਚਦਾ ਹੈ ਔਰ ਦੁੱਖਾਂ ਚੋਂ ਨਿਕਲ ਕੇ ਸੁਖਮਈ ਜ਼ਿੰਦਗੀ ਬਤੀਤ ਕਰ ਸਕਦਾ ਹੈ। ਕਿਵੇਂ ਮਨੁੱਖ ਮਾਇਆ ਵਿੱਚ ਭੁੱਲਿਆ ਰਹਿੰਦਾ ਹੈ ਔਰ ਕਿਵੇਂ ਮਨੁੱਖ ਇਸ ਮਾਇਆ ਦੇ ਹਨੇਰੇ ਚੋਂ ਨਿਕਲਦਾ ਹੈ, ਗੁਰੂ ਸਾਹਿਬ ਜੀ ਸਾਨੂੰ ਸਮਝਾ ਰਹੇ ਨੇ। ਆਓ ਵਿਚਾਰ ਕਰਨ ਦਾ ਯਤਨ ਕਰੀਏ। ਸੂਹਵੀਏ ਸੂਹਾ ਸਭ ਸੰਸਾਰ ਹੈ। ਸੂਹਵੀਏ ਦਾ ਮਤਲਬ ਸੂਹੇ ਵੇਸ਼ ਵਾਲੀਏ, ਕਸੁੰਬੇ ਰੰਗ ਨਾਲ ਪਿਆਰ ਕਰਨ ਵਾਲੀਏ ਜਿੰਦੇ, ਯਾਨੀ ਉਹ ਮਨੁੱਖ ਜੋ ਮਾਇਕ ਪਦਾਰਥਾਂ ਦੇ ਵਿੱਚ ਲੱਗੇ ਹੋਏ ਨੇ, ਉਹਨਾਂ ਨੂੰ ਸੂਹਵੀਏ ਕਹਿ ਰਹੇ ਨੇ। ਸੂਹਾ ਸਭ ਸੰਸਾਰ ਹੈ। ਸੂਹਾ ਦਾ ਮਤਲਬ ਕਸੁੰਬੇ ਦੇ ਰੰਗੇ ਵਾਲਾ, ਖਿੱਚ ਪਾਉਣ ਵਾਲਾ, ਜਿਹੜਾ ਦਿਸਦਾ ਬੜਾ ਗਹਿਰਾ ਹੈ, ਲਾਲ ਸੁਰਖ, ਲੇਕਿਨ ਕੱਚਾ ਰੰਗ ਹੁੰਦਾ, ਉਤਰ ਜਾਂਦਾ। ਦੁਰਮਤ ਦਾ ਮਤਲਬ ਖੋਟੀ ਮਤ, ਤੇ ਦੂਜਾ ਭਾਵ ਦਾ ਮਤਲਬ ਦ્વੈਤ ਭਾਵ। ਤਾਂ ਗੁਰੂ ਪਾਤਸ਼ਾਹ ਜੀ ਸਮਝਾ ਰਹੇ ਨੇ ਕਿ ਹੇ ਮਾਇਕ ਪਦਾਰਥਾਂ ਵਿੱਚ ਲੱਗੀ ਹੋਈ ਜੀਵ ਇਸਤਰੀ, ਜਿਨ੍ਹਾਂ ਨੂੰ ਖੋਟੀ ਮਤ ਕਰਕੇ ਮਾਇਆ ਵਿੱਚ ਪਿਆਰ ਹੈ, ਉਹਨਾਂ ਲਈ ਇਹ ਸਾਰਾ ਸੰਸਾਰ ਹੀ ਸੂਹਾ ਭਾਵ ਸੰਸਾਰ ਦਾ ਮੋਹ ਖਿੱਚ ਪਾਉਣ ਵਾਲਾ ਹੈ। ਯਾਨੀ ਕਸੁੰਬੇ ਰੰਗ ਨਾਲ ਪਿਆਰ ਕਰਨ ਵਾਲਾ ਜੋ ਜੀਵ ਹੈ, ਜਿਨ੍ਹਾਂ ਦੇ ਅੰਦਰ ਮਾਇਆ ਦਾ ਮੋਹ ਹੈ, ਜਿਨ੍ਹਾਂ ਦੇ ਅੰਦਰ ਭੈੜੀ ਮੱਤ ਹੈ, ਉਹਨਾਂ ਨੂੰ ਇਹ ਸਾਰਾ ਸੰਸਾਰ ਹੀ ਖਿੱਚ ਪਾਉਂਦਾ ਹੈ। ਉਹ ਲੋਕ ਵਿਕਾਰਾਂ ਦੇ ਅੰਦਰ ਲੱਗੇ ਰਹਿੰਦੇ ਨੇ। ਕਿਹਨਾਂ ਨੂੰ ਖਿੱਚ ਪਾਉਂਦਾ ਹੈ? ਜਿਨ੍ਹਾਂ ਦੀ ਮੱਤ ਖੋਟੀ ਹੈ, ਜਿਨ੍ਹਾਂ ਦੇ ਅੰਦਰ ਇੱਕ ਪ੍ਰਭੂ ਨੂੰ ਛੱਡ ਕੇ ਦ્વੈਤ ਦਾ ਪਿਆਰ ਹੈ, ਔਰ ਜਿਹੜੇ ਸੰਸਾਰਿਕ ਵਿਕਾਰਾਂ ਦੇ ਰੰਗ ਦੇ ਅੰਦਰ ਰੰਗੇ ਹੋਏ ਨੇ, ਉਹਨਾਂ ਨੂੰ ਇਹ ਸਾਰਾ ਸੰਸਾਰ ਹੀ ਖਿੱਚ ਪਾ ਰਿਹਾ ਹੈ। ਭਾਵ ਵਿਕਾਰਾਂ ਦੇ ਅੰਦਰ ਉਹ ਲੋਕ ਮੋਏ ਜਾ ਰਹੇ ਨੇ। ਤਾਂ ਇੱਥੇ ਮਨੁੱਖ ਦੀ ਗਲਤੀ ਦੱਸੀ ਜਾ ਰਹੀ ਹੈ ਕਿ ਖੋਟੀ ਮੱਤ ਅਨੁਸਾਰ ਜ਼ਿੰਦਗੀ ਜੀਣੀ, ਜਾਂ ਮੱਤ ਨੂੰ ਆਪਣੇ ਗਿਆਨ ਦੀ ਗਲਤ ਵਰਤੋਂ ਕਰਨੀ, ਅੰਦਰੋਂ ਹੋਰ ਬਾਹਰੋਂ ਹੋਰ ਹੋਣਾ, ਮੇਰ ਤੇਰ ਦੇ ਵਿਤਕਰੇ ਔਰ ਵਿਕਾਰਾਂ ਦੇ ਅੰਦਰ ਖਚਤ ਰਹਿਣਾ, ਇਹ ਕਦੇ ਵੀ ਠੀਕ ਨਹੀਂ ਹੈ। ਪਰ ਜਿਹੜੇ ਇੱਕ ਨੂੰ ਛੱਡ ਦਿੰਦੇ ਨੇ, ਜਿਨ੍ਹਾਂ ਦੇ ਅੰਦਰ ਖੋਟੀ ਮੱਤ ਹੈ, ਜਿਨ੍ਹਾਂ ਦੇ ਅੰਦਰ ਦ્વੈਤ ਭਾਵ ਹੈ, ਉਹਨਾਂ ਨੂੰ ਇਹ ਸਾਰਾ ਸੰਸਾਰ ਹੀ ਖਿੱਚ ਪਾਉਂਦਾ ਹੈ। ਦੁਨੀਆ ਦਾ ਮੋਹ ਉਹਨਾਂ ਨੂੰ ਖਿੱਚ ਪਾਈ ਰੱਖਦਾ ਹੈ। ਉਹ ਦੁਨੀਆ ਦੇ ਮੋਹ ਦੇ ਅੰਦਰ ਹਮੇਸ਼ਾ ਮੋਏ ਰਹਿੰਦੇ ਨੇ। ਖਿਨ ਮਹਿ ਝੂਠ ਸਭ ਵਿਨਸ ਜਾਏ, ਜਿਉ ਟਿਕੈ ਨਾ ਬਿਰਖ ਕੀ ਛਾਉ। ਬਿਰਖ ਦਾ ਮਤਲਬ ਰੁੱਖ। ਪਰ ਇੱਕ ਸੁੰਭਾ ਰੰਗ ਜਿਹੜਾ ਹੈ, ਇਹ ਝੂਠਾ ਹੈ ਔਰ ਇੱਕ ਪਲ ਦੇ ਵਿੱਚ ਹੀ ਨਾਸ ਹੋ ਜਾਂਦਾ ਹੈ। ਜਿਵੇਂ ਰੁੱਖ ਦੀ ਛਾਂ ਇੱਕ ਜਗ੍ਹਾ ਤੇ ਟਿਕਦੀ ਨਹੀਂ ਹੈ, ਰੁੱਖ ਦੀ ਛਾਂ ਵੀ ਸਦਾ ਇੱਕ ਜਗ੍ਹਾ ਦੇ ਉੱਤੇ ਨਹੀਂ ਟਿਕਦੀ। ਔਰ ਜਿਹੜਾ ਪਦਾਰਥਾਂ ਦਾ ਮੋਹ ਹੈ, ਝੂਠਾ ਵਿਕਾਰ, ਇਹ ਵੀ ਬਿਨਸ ਜਾਣ ਵਾਲੇ ਨੇ, ਯਾਨੀ ਸदैवी ਨਹੀਂ ਹਨ। ਇਹ ਮਨ ਨੂੰ ਮੋਹਦੇ ਜ਼ਰੂਰ ਨੇ, ਚੰਗੇ ਜ਼ਰੂਰ ਲੱਗਦੇ ਨੇ, ਲੇਕਿਨ ਇਹਨਾਂ ਦਾ ਸੁੱਖ ਸदैवी ਨਹੀਂ ਹੈ, ਪਲ ਭਰ ਦਾ ਸੁੱਖ ਹੈ। ਜਿਵੇਂ ਰੁੱਖ ਦੀ ਛਾਂ ਇੱਕ ਜਗ੍ਹਾ ਨਹੀਂ ਟਿਕਦੀ, ਇਸੇ ਤਰ੍ਹਾਂ ਇਹਨਾਂ ਵਿਕਾਰਾਂ ਦੇ ਅੰਦਰ ਲੱਗੇ ਹੋਏ ਮਨੁੱਖ ਦਾ ਮਨ ਵੀ ਨਹੀਂ ਟਿਕਦਾ। ਤੇ ਦੂਜੀ ਗੱਲ, ਇਹਨਾਂ ਵਿਕਾਰਾਂ ਦੇ ਅੰਦਰੋਂ ਹੋ ਸਕਦਾ ਹੈ ਕਿਸੇ ਨੂੰ ਪਲ ਭਰ ਦੀ ਖੁਸ਼ੀ ਮਿਲਦੀ ਹੋਵੇ, ਲੇਕਿਨ ਉਹਦੇ ਨਾਲ ਫਿਰ ਸਾਰੀ ਜ਼ਿੰਦਗੀ ਦਾ ਜੋ ਹੈ ਦੁੱਖ ਬੰਦੇ ਦੇ ਪੱਲੇ ਪੈ ਜਾਂਦਾ ਹੈ। ਇਸ ਲਈ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ ਕਿ ਵਿਕਾਰਾਂ ਦਾ ਮੋਹ, ਵਿਕਾਰਾਂ ਦਾ ਪਿਆਰ, ਵਿਕਾਰਾਂ ਵਾਲੀ ਜ਼ਿੰਦਗੀ ਕਦੇ ਵੀ ਠੀਕ ਨਹੀਂ ਹੈ, ਹਮੇਸ਼ਾ ਹੀ ਇਹ ਗਲਤ। ਦੂਜੇ ਪਾਸੇ ਗੁਰਮੁਖ ਲਾਲੋ ਲਾਲ ਹੈ, ਜਿਉ ਰੰਗ ਮਜੀਠ ਸਚੜਾਓ। ਸਚੜਾਓ ਦਾ ਮਤਲਬ ਸੱਚਾ, ਪੱਕਾ ਰੰਗ, ਜਿਹੜਾ ਕਦੇ ਉਤਰਦਾ ਨਹੀਂ ਹੈ। ਮਜੀਠ ਦਾ ਮਤਲਬ ਮਜੀਠੀ ਰੰਗ। ਮਜੀਠੀ ਰੰਗ ਜਿਹੜਾ ਹੈ, ਪੱਕੇ ਰੰਗ ਵਾਸਤੇ ਸ਼ਬਦ ਵਰਤਿਆ ਜਾਂਦਾ ਹੈ। ਗੁਰਮੁਖ ਦਾ ਮਤਲਬ ਜੋ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਟਿਕਦਾ ਹੈ, ਭਾਵ ਜੋ ਗੁਰਮਤ ਆਸ਼ੇ ਅਨੁਸਾਰ ਜ਼ਿੰਦਗੀ ਜੀਂਦਾ ਹੈ, ਜੋ ਗੁਰੂ ਦੀ ਮੰਨ ਕੇ ਟੁਰਨ ਵਾਲਾ ਬੰਦਾ ਹੈ। ਤਾਂ ਜੋ ਜੀਵ ਇਸਤਰੀ ਗੁਰੂ ਦੇ ਸਨਮੁਖ ਹੁੰਦੀ ਹੈ,
ਉਸ ਨੂੰ ਨਿਰੋਲ ਪੱਕਾ ਲਾਲ ਰੰਗ ਸੱਚ ਦਾ ਚੜ੍ਹਦਾ ਹੈ, ਇੰਜ ਜਿਵੇਂ ਮਜੀਠ ਦਾ ਰੰਗ ਪੱਕਾ ਚੜ੍ਹ ਜਾਂਦਾ ਹੈ। ਯਾਨੀ ਜੋ ਸੱਚ ਦਾ ਰੰਗ ਹੈ ਉਹ ਪੱਕਾ ਰੰਗ ਹੈ, ਉਹ ਕਦੇ ਉਤਰਦਾ ਨਹੀਂ, ਕਦੇ ਫਿੱਕਾ ਨਹੀਂ ਪੈਂਦਾ। ਸੱਚ ਨੂੰ ਜਦੋਂ ਆਧਾਰ ਬਣਾ ਕੇ ਜ਼ਿੰਦਗੀ ਜੀਂਦੇ ਹਾਂ ਤਾਂ ਸਾਡੀ ਜ਼ਿੰਦਗੀ ਅੰਦਰ ਸदैਵੀਂ ਖੁਸ਼ੀ ਔਰ ਸदैਵੀਂ ਖੇੜਾ ਆਉਂਦਾ ਹੈ। ਇਸ ਸੱਚ ਦੇ ਅੰਦਰ ਕੌਣ ਰੰਗਿਆ ਜਾਂਦਾ ਹੈ? ਗੁਰਮੁਖ, ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਦਾ ਹੈ, ਜੋ ਗੁਰੂ ਅੱਗੇ ਆਤਮ ਸਮਰਪਣ ਕਰਦਾ ਹੈ, ਜੋ ਗੁਰੂ ਦੀ ਮੱਤ ਦਾ ਧਾਰਨੀ ਹੈ। ਉਹ ਜਿਹੜਾ ਹੈ ਪੱਕੇ ਮਜੀਠੀ ਰੰਗ ਦੇ ਨਾਲ ਰੰਗਿਆ, ਉਹਦੇ ਅੰਦਰ ਪੱਕੇ ਤੌਰ ਤੇ ਪ੍ਰਭੂ ਦੀ ਪ੍ਰੀਤ ਹੈ, ਰੱਬੀ ਗੁਣਾਂ ਦੀ ਪ੍ਰੀਤ ਹੈ। ਮਨ, ਬਚਨ ਔਰ ਕਰਮ ਕਰਕੇ ਉਹ ਸੱਚ ਦੇ ਨਾਲ ਰੰਗਿਆ ਜਾਂਦਾ ਹੈ। ਤਾਂ ਸਾਨੂੰ ਇੱਥੇ ਸਮਝਾਇਆ ਜਾ ਰਿਹਾ ਕਿ ਜੇ ਵਿਸ਼ੇ ਵਿਕਾਰਾਂ ਦੇ ਵਿੱਚ ਪ੍ਰੇਮ ਹੈ, ਜੇ ਜ਼ਿੰਦਗੀ ਦੇ ਅੰਦਰ ਕਿਤੇ ਔਗਣ, ਪਾਪ, ਅਪਰਾਧ ਨੇ, ਤਾਂ ਉਹਨਾਂ ਤੋਂ ਮੁਕਤੀ ਮਿਲ ਸਕਦੀ ਹੈ ਜੇ ਬੰਦਾ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆ ਜਾਏ, ਗੁਰਮਤਿ ਆਸ਼ੇ ਅਨੁਸਾਰ ਜ਼ਿੰਦਗੀ ਜੀਵੇ। ਤਾਂ ਉਹਨਾਂ ਲੋਕਾਂ ਅੰਦਰ ਵੀ ਸੰਭਾਵਨਾ ਹੈ, ਉਹ ਵੀ ਸੱਚ ਦੇ ਨਾਲ ਜੁੜ ਸਕਦੇ। ਉਲਟੀ ਸ਼ਕਤ ਸਿਵੈ ਕਰ ਆਈ, ਮਨ ਵਸਿਆ ਹਰ ਅੰਮ੍ਰਿਤ ਨਾਉ। ਉਲਟੀ ਸ਼ਕਤ ਦਾ ਮਤਲਬ ਮਾਇਆ, ਸ਼ਿਵੈ ਘਰ ਦਾ ਮਤਲਬ ਪ੍ਰਭੂ ਦੇ ਘਰ ਵਿੱਚ, ਮਨ ਦਾ ਮਤਲਬ ਮਨ ਵਿੱਚ, ਤੇ ਉਲਟੀ ਦਾ ਮਤਲਬ ਬਦਲ ਗਈ। ਉਹ ਜੀਵ ਇਸਤਰੀ ਜੋ ਗੁਰੂ ਦੇ ਚਰਨਾਂ ਦੀ ਸ਼ਰਨ ਲੈਂਦੀ ਹੈ, ਉਹ ਮਾਇਆ ਵੱਲੋਂ ਪਰਤ ਕੇ ਪ੍ਰਭੂ ਦੇ ਸਰੂਪ ਵਿੱਚ ਟਿਕਦੀ ਹੈ ਔਰ ਉਸ ਦੇ ਮਨ ਵਿੱਚ ਪ੍ਰਭੂ ਦੀ ਸਿਫਤ ਸਲਾਹ ਜੋ ਆਤਮਿਕ ਜੀਵਨ ਦੇਣ ਵਾਲੀ ਹੈ ਉਹ ਵਸ ਜਾਂਦੀ ਹੈ। ਮਨ ਵਸਿਆ ਹਰ ਅੰਮ੍ਰਿਤ ਨਾਉ। ਅੰਮ੍ਰਿਤ ਦਾ ਮਤਲਬ ਆਤਮਿਕ ਜੀਵਨ ਦੇਣ ਵਾਲਾ, ਨਾਉ ਦਾ ਮਤਲਬ ਨਾਮ ਯਾਨੀ ਹੁਕਮ, ਯਾਨੀ ਪ੍ਰਭੂ ਦੀ ਸਿਫਤ ਸਲਾਹ। ਜੋ ਗੁਰੂ ਦੇ ਚਰਨਾਂ ਦੀ ਸ਼ਰਨ ਲੈਂਦੇ ਨੇ, ਉਹਨਾਂ ਦੀ ਸੁਰਤ, ਉਹਨਾਂ ਦੀ ਸੋਚ ਮਾਇਆ ਵੱਲੋਂ ਪਰਤ ਜਾਂਦੀ ਹੈ ਔਰ ਪ੍ਰਭੂ ਦੇ ਸਰੂਪ ਵਿੱਚ ਟਿਕਦੀ ਹੈ। ਉਹਨਾਂ ਦੇ ਮਨ ਅੰਦਰ ਆਤਮਿਕ ਜੀਵਨ ਦੇਣ ਵਾਲਾ ਪ੍ਰਭੂ ਦਾ ਨਾਮ, ਪ੍ਰਭੂ ਦਾ ਹੁਕਮ, ਰੱਬੀ ਗੁਣ ਵਸ ਜਾਂਦੇ ਨੇ। ਤਾਂ ਇਹਦਾ ਮਤਲਬ ਜੇ ਅਸੀਂ ਵੀ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਈਏ ਤਾਂ ਸਾਡੀ ਵੀ ਸੁਰਤ ਬਦਲ ਸਕਦੀ ਹੈ। ਹਰ ਇਨਸਾਨ ਦੇ ਅੰਦਰ ਸੰਭਾਵਨਾ ਹੈ ਕਿ ਹਰ ਇਨਸਾਨ ਹੀ ਆਪਣੀ ਸੋਚ ਨੂੰ ਬਦਲ ਸਕਦਾ ਹੈ ਜੇ ਉਹ ਗੁਰੂ ਦੇ ਗਿਆਨ ਦਾ ਆਸਰਾ ਲੈਂਦਾ ਹੈ। ਨਾਨਕ ਬਲਿਹਾਰੀ ਗੁਰ ਆਪਣੇ, ਜਿਤ ਮਿਲਿਆ ਹਰ ਗੁਣ ਗਾਓ। ਨਾਨਕ ਤੇ ਥੋੜਾ ਜਿਹਾ ਰੁਕਣਾ ਹੈ। ਨਾਨਕ ਬਲਿਹਾਰੀ ਗੁਰ ਆਪਣੇ, ਇਹਨੂੰ ਆਪਣੇ ਨਹੀਂ ਪੜਨਾ, ਐੜੇ ਦੇ ਨਾਲ ਕੰਨਾ ਲਾ ਕੇ ਆਪਣੇ। ਜਿਤ ਮਿਲਿਆ ਦਾ ਮਤਲਬ ਜਿਸ ਨੂੰ ਮਿਲ ਕੇ। ਹੇ ਨਾਨਕ, ਆਪਣੇ ਗੁਰੂ ਤੋਂ ਸਦਾ ਸਦਕੇ ਹੋਈਏ, ਵਾਰਨੇ ਜਾਈਏ, ਕੁਰਬਾਨ ਜਾਈਏ। ਜਿਸ ਨੂੰ ਮਿਲਿਆ ਪ੍ਰਭੂ ਦੇ ਗੁਣ ਗਾਈਦੇ ਨੇ, ਜਿਸ ਨੂੰ ਮਿਲਿਆ ਪ੍ਰਭੂ ਦੇ ਗੁਣਾਂ ਨੂੰ ਇੰਪਲੀਮੈਂਟ ਕਰ ਸਕੀਦਾ ਹੈ, ਜਿਸ ਨੂੰ ਮਿਲਿਆ ਰੱਬੀ ਗੁਣ ਸਾਨੂੰ ਪ੍ਰਾਪਤ ਹੋ ਜਾਂਦੇ ਨੇ, ਗੁਰੂ ਤੋਂ ਕੁਰਬਾਨ ਜਾਣਾ ਚਾਹੀਦਾ। ਦੇਖੋ, ਜੋ ਰੱਬੀ ਗੁਣ ਨੇ, ਜੋ ਬ੍ਰਹਿਮੰਡੀ ਸੱਚ ਹੈ, ਯੂਨੀਵਰਸਲ ਟਰੁਥ ਹੈ, ਜੀਵਨ ਦੀ ਅਸਲੀਅਤ ਹੈ, ਸੰਸਾਰ ਦੀ ਅਸਲੀਅਤ ਹੈ, ਇਸ ਦਾ ਗਿਆਨ ਸਾਨੂੰ ਗੁਰੂ ਦੇ ਗਿਆਨ ਰਾਹੀਂ ਹੀ ਮਿਲੇਗਾ। ਔਰ ਜਦੋਂ ਮਨੁੱਖ ਅਸਲੀਅਤ ਨੂੰ ਜਾਣ ਲੈਂਦਾ ਨਾ, ਉਦੋਂ ਫਿਰ ਉਸ ਮਨੁੱਖ ਦੀ ਜ਼ਿੰਦਗੀ ਅੰਦਰ ਸ਼ਾਂਤੀ ਆਉਣ ਦੀ ਸੰਭਾਵਨਾ ਬਣ ਜਾਂਦੀ ਹੈ, ਕਿਉਂਕਿ ਫਿਰ ਅਸਲੀਅਤ ਨੂੰ ਬੇਸ ਬਣਾ ਕੇ, ਸੱਚ ਨੂੰ ਬੇਸ ਬਣਾ ਕੇ ਉਹ ਜ਼ਿੰਦਗੀ ਜੀਂਦਾ ਹੈ। ਇਸ ਲਈ ਗੁਰੂ ਤੋਂ ਕੁਰਬਾਨ ਜਾਣਾ ਹੈ, ਗੁਰੂ ਤੋਂ ਬਲਿਹਾਰ ਜਾਣਾ ਹੈ। ਗੁਰੂ ਦੀ ਪਾਵਨ ਬਾਣੀ ਨੂੰ ਆਪ ਪੜਨਾ, ਆਪ ਵਿਚਾਰਨਾ ਔਰ ਪਾਵਨ ਬਾਣੀ ਤੇ ਅਮਲ ਕਰਨਾ। ਤਾਂ ਜਿਹੜਾ ਵੀ ਗੁਰੂ ਨੂੰ ਮਿਲੇਗਾ ਉਹਦੀ ਜ਼ਿੰਦਗੀ ਦੇ ਅੰਦਰ ਗੁਣ ਆ ਜਾਣਗੇ ਔਰ ਉਹ ਗੁਣਾਂ ਦਾ ਧਾਰਨੀ ਹੋ ਕੇ ਆਪਣੇ ਜੀਵਨ ਨੂੰ ਸਫਲ ਕਰ ਸਕੇਗਾ। ਇਸ ਲਈ ਗੁਰੂ ਜੀ ਸਾਨੂੰ ਆਦੇਸ਼ ਦੇ ਰਹੇ ਨੇ ਕਿ ਆਪਣੇ ਗੁਰੂ ਤੋਂ ਸਦਕੇ ਜਾਓ, ਭਾਵ ਗੁਰਮਤਿ ਆਸ਼ੇ ਅਨੁਸਾਰ ਜ਼ਿੰਦਗੀ ਜੀਵੋ। ਮਹਿਲਾ ਤੀਜਾ, ਸੂਹਾ ਰੰਗ ਵਿਕਾਰ ਹੈ, ਕੰਤ ਨਾ ਪਾਇਆ ਜਾਏ। ਹੁਣ ਦੇਖੋ, ਜੇ ਕਿਸੇ ਔਰਤ ਨੇ ਬਹੁਤ ਚੰਗੇ ਕੱਪੜੇ ਪਾਏ ਹੋਣ, ਹਾਰ ਸ਼ਿੰਗਾਰ ਲਾਇਆ ਹੋਵੇ, ਪਰ ਜੇ ਉਸਦੀ ਬੋਲਬਾਣੀ ਠੀਕ ਨਹੀਂ, ਬਿਹੇਵੀਅਰ ਠੀਕ ਨਹੀਂ, ਆਚਰਨ ਠੀਕ ਨਹੀਂ, ਤਾਂ ਉਹਦਾ ਆਪਣੇ ਪਤੀ ਦੇ ਨਾਲ ਪ੍ਰੀਤ ਨਹੀਂ ਬਣ ਪਾਏ। ਇਸੇ ਤਰ੍ਹਾਂ ਕੋਈ ਬੰਦਾ ਹੈ ਜੋ ਸੂਟ ਬੂਟ ਬਹੁਤ ਵਧੀਆ ਲਗਾਉਂਦਾ ਹੈ, ਜਿਸ ਦਾ ਮਤਲਬ ਬਾਹਰੀ ਪੁਸ਼ਾਕ ਵਗੈਰਾ ਬਹੁਤ ਚੰਗੀ ਹੈ, ਕੱਪੜੇ ਕੀਮਤੀ ਨੇ, ਪਰ ਜੇ ਉਹਦੀ ਬੋਲਬਾਣੀ ਠੀਕ ਨਹੀਂ, ਉਸ ਦੇ ਅੰਦਰ ਗੁਣ ਨਹੀਂ, ਉਹ ਆਚਰਨ ਦਾ ਚੰਗਾ ਨਹੀਂ, ਤਾਂ ਪਤਨੀ ਦੇ ਨਾਲ ਉਹਦਾ ਤਾਲਮੇਲ ਨਹੀਂ ਬਣੇਗਾ, ਘਰ ਦੇ ਅੰਦਰ ਕਲੇਸ਼ ਬਣਿਆ ਰਹੇਗਾ।
ਤਾਂ ਇੱਥੇ ਸੂਹਾ ਰੰਗ ਦਾ ਮਤਲਬ ਹੈ ਸੰਸਾਰਿਕ ਮੋਹ ਦੇ ਅੰਦਰ ਖਚਤ ਹੋਣਾ। ਇਹ ਜਿਹੜਾ ਸੂਹਾ ਰੰਗ ਹੈ ਸੰਸਾਰਿਕ ਵਿਕਾਰਾਂ ਦਾ ਮੋਹ ਹੈ, ਇਹ ਵਿਕਾਰ ਹੈ, ਇਹ ਬੇਕਾਰ ਹੈ, ਵਿਅਰਥ ਹੈ, ਜ਼ਿੰਦਗੀ ਵਿੱਚ ਵਿਕਾਰ ਪੈਦਾ ਕਰਦਾ ਹੈ। ਕੰਤ ਨਾ ਪਾਇਆ ਜਾਏ। ਇਸ ਮੋਹ ਦੇ ਕਾਰਨ, ਇਹਨਾਂ ਵਿਕਾਰਾਂ ਦੇ ਕਾਰਨ ਕਦੀ ਵੀ ਪ੍ਰਭੂ ਨਹੀਂ ਪਾਇਆ ਜਾਂਦਾ, ਕਦੀ ਵੀ ਪ੍ਰਭੂ ਮਿਲਾਪ ਦੀ ਖੁਸ਼ੀ ਨਹੀਂ ਮਿਲਦੀ, ਕਦੀ ਵੀ ਜ਼ਿੰਦਗੀ ਦੇ ਅੰਦਰ ਗੁਣ ਪੈਦਾ ਨਹੀਂ ਹੁੰਦੇ। ਹੁਣ ਜੇ ਕੋਈ ਬੰਦਾ ਚਾਹੇ ਕਿ ਉਹ ਈਰਖਾ, ਦਵੇਸ਼, ਵੈਰ, ਵਿਰੋਧ ਕਮਾਏ, ਉਹਦੀ ਸੋਚ ਮਾਇਆ ਵਾਲੀ ਹੋਵੇ, ਉਹਦਾ ਆਚਰਨ ਚੰਗਾ ਨਾ ਹੋਵੇ, ਔਰ ਉਹ ਚਾਹੇ ਕਿ ਬਾਹਰੋਂ ਸਿਰਫ ਧਾਰਮਿਕ ਪਹਿਨਾਵੇ ਪਹਿਨ ਕੇ, ਵਰਤ ਨਰਾਤੇ ਕਰਕੇ, ਤੀਰਥਾਂ ਤੇ ਨਹਾ ਕੇ ਤੇ ਉਹ ਰੱਬ ਨੂੰ ਪਾ ਲੈ, ਐਵੇਂ ਥੋੜਾ ਰੱਬ ਦੀ ਪ੍ਰੀਤ ਮਿਲੇਗੀ। ਦੇਖੋ ਕਿੰਨਾ ਸੋਹਣੀ ਮਿਸਾਲ ਦੇ ਰਹੇ ਨੇ ਨਾ, ਕਿ ਜੇ ਕੋਈ ਔਰਤ ਬਾਹਰੋਂ ਹਾਰ ਸ਼ਿੰਗਾਰ ਕਰਦੀ ਹੈ, ਕੱਪੜੇ ਬਹੁਤ ਚੰਗੇ ਪਾਉਂਦੀ ਹੈ, ਸੂਹਾ ਉਹਦਾ ਵੇਸ਼ ਹੈ, ਲੇਕਿਨ ਜੇ ਉਹਦੀ ਬੋਲਬਾਣੀ ਚੰਗੀ ਨਹੀਂ, ਬਿਹੇਵੀਅਰ ਚੰਗਾ ਨਹੀਂ, ਆਚਰਨ ਚੰਗਾ ਨਹੀਂ, ਤਾਂ ਕੱਪੜੇ ਥੋੜਾ ਉਹਨੂੰ ਮਾਨ ਸਤਿਕਾਰ ਦਿਵਾਉਣਗੇ। ਗੱਲ ਇੱਥੇ ਧਾਰਮਿਕ ਇਨਸਾਨਾਂ ਦੀ ਹੋ ਰਹੀ ਹੈ, ਜੋ ਧਰਮ ਦੀ ਦੁਨੀਆ ਵਿੱਚ ਵਿਚਰ ਰਹੇ ਨੇ, ਬਾਹਰੋਂ ਵਿਖਾਵਾ ਕਰ ਰਹੇ ਨੇ, ਬਾਹਰੋਂ ਧਾਰਮਿਕ ਪਹਿਨਾਵਾ ਪਹਿਨਿਆ ਹੋਇਆ ਹੈ, ਚਾਹੇ ਉਹ ਨੀਲਾ, ਪੀਲਾ, ਕਾਲਾ, ਚਿੱਟਾ, ਜੋ ਵੀ ਆ, ਕੋਈ ਵੀ ਹੈ, ਬਾਹਰੋਂ ਧਾਰਮਿਕ ਚਿੰਨ੍ਹ ਧਾਰਨ ਕੀਤੇ ਹੋਏ ਨੇ, ਬਾਹਰੋਂ ਫੋਟੋਆਂ ਅੱਗੇ ਧੂਫਾਂ ਦਿਖਾ ਰਹੇ ਨੇ, ਤੀਰਥਾਂ ਤੇ ਵੀ ਨਾ ਰਹੇ ਨੇ, ਮਲਕ ਭਾਗੋ ਦੀ ਤਰ੍ਹਾਂ ਪੁੰਨ ਦਾਨ ਕਰਦੇ ਹੋਏ ਵੀ ਨਜ਼ਰੀ ਪੈ ਰਹੇ ਨੇ, ਤਾਂ ਰੱਬ ਥੋੜੀ ਪਾਇਆ ਜਾਏਗਾ ਜੇ ਵਿਕਾਰ ਨੇ ਅੰਦਰ, ਜੇ ਜੀਵਨ ਚੰਗਾ ਨਹੀਂ, ਸੋਚ ਚੰਗੀ ਨਹੀਂ, ਬੋਲ ਬਾਣੀ ਚੰਗੀ ਨਹੀਂ, ਬਿਹੇਵੀਅਰ ਚੰਗਾ ਨਹੀਂ, ਆਚਰਨ ਚੰਗਾ ਨਹੀਂ, ਤਾਂ ਕੇਵਲ ਬਾਹਰੀ ਵਿਖਾਵੇ ਦੇ ਨਾਲ ਕਦੇ ਵੀ ਸੁਖ ਸ਼ਾਂਤੀ ਨਹੀਂ ਮਿਲਦੀ ਹੈ। ਬਾਹਰੀ ਵਿਖਾਵੇ ਦੇ ਨਾਲ ਕਦੇ ਵੀ ਪ੍ਰਭੂ ਦੀ ਪ੍ਰਸੰਨਤਾ ਨਹੀਂ ਮਿਲਦੀ। ਇਸ ਲਈ ਅੰਦਰੋਂ ਬਾਹਰੋਂ ਇੱਕ ਹੋਣਾ ਹੈ। ਕੇਵਲ ਵਿਖਾਵੇ ਨਾਲ, ਕੇਵਲ ਪਹਿਨਾਵੇ ਨਾਲ, ਕੇਵਲ ਵੇਸ਼ਾਂ ਦੇ ਨਾਲ ਕਦੇ ਵੀ ਖੁਸ਼ੀ ਜੀਵਨ ਵਿੱਚ ਨਹੀਂ ਆਉਂਦੀ, ਕਦੀ ਵੀ ਪ੍ਰਭੂ ਦਾ ਮਿਲਾਪ ਨਹੀਂ ਹੁੰਦਾ। ਇਸ ਲਹਿੰਦੇ ਬਿਲਮ ਨਾ ਹੋਵਈ, ਰੰਡ ਬੈਠੀ ਦੂਜੇ ਪਾਏ। ਦੂਜੇ ਪਾਏ ਦਾ ਮਤਲਬ ਦੂਜੇ ਭਾਵ ਵਿੱਚ, ਤੇ ਰੰਡ ਦਾ ਮਤਲਬ ਹੈਗਾ ਇੱਥੇ ਵਿਧਵਾ, ਜੋ ਪ੍ਰਭੂ ਤੋਂ ਵਿਛੜੀ ਹੋਈ ਹੈ। ਦੇਖੋ ਦੁਨੀਆ ਦੇ ਅੰਦਰ ਜੋ ਔਰਤ ਹੈ ਉਹ ਵਿਧਵਾ ਹੋ ਸਕਦੀ ਹੈ, ਪਤੀ ਜਿਹੜਾ ਹੈ ਉਹ ਵਿਧੁਰ ਹੋ ਸਕਦਾ ਹੈ, ਰੰਡਾ ਹੋ ਸਕਦਾ ਹੈ। ਪਤਨੀ ਮਰ ਜਾਏ, ਪਤੀ ਵਿਧੁਰ ਹੋ ਗਿਆ, ਪਤੀ ਮਰ ਜਾਏ, ਪਤਨੀ ਵਿਧਵਾ ਹੋ ਗਈ। ਹੁਣ ਜੇ ਕਿਸੇ ਪਤਨੀ ਦਾ ਪਤੀ ਮਰ ਜਾਏ ਨਾ, ਤਾਂ ਉਹਨੂੰ ਅਲਾਮਾ ਨਹੀਂ ਮਿਲਦਾ ਕਿ ਇਹ ਰੰਡੀ ਹੋ ਬੈਠੀ, ਅਲਾਮਾ ਨਹੀਂ ਮਿਲਦਾ, ਉਹਦੇ ਤੇ ਕੋਈ ਦੋਸ਼ ਨਹੀਂ ਲੱਗਦਾ, ਕਿਉਂਕਿ ਉਹਨੇ ਪਤੀ ਨੂੰ ਮਾਰਿਆ ਨਹੀਂ ਨਾ। ਮੌਤ ਰੱਬੀ ਹੁਕਮ ਦੇ ਵਿੱਚ ਹੈ। ਸਗੋਂ ਐਸੀ ਔਰਤ ਦੇ ਨਾਲ ਦੁਨੀਆ ਦੀ ਸਹਾਨੂਭੂਤੀ ਹੁੰਦੀ ਹੈ, ਲੋਕ ਉਹਨੂੰ ਧਾਰਸ ਦਿੰਦੇ ਨੇ, ਲੋਕ ਉਹਦੇ ਨਾਲ ਹਮਦਰਦੀ ਜਤਾਉਂਦੇ ਨੇ, ਉਹਨੂੰ ਅਲਾਮਾ ਨਹੀਂ ਮਿਲਦਾ। ਅਲਾਮਾ ਜੇ ਪਤੀ ਦੀ ਪਤਨੀ ਗੁਜ਼ਰ ਜਾਏ ਤੇ ਉਹਨੂੰ ਅਲਾਮਾ ਨਹੀਂ ਮਿਲਦਾ, ਲੋਕ ਹਮਦਰਦੀ ਵਿਖਾਉਂਦੇ ਨੇ। ਉਲਾਮਾ ਉਹਨਾਂ ਨੂੰ ਮਿਲਦਾ ਹੈ ਜੋ ਜਿਉਂਦੇ ਪਤੀ ਪਤਨੀ ਇੱਕ ਦੂਜੇ ਨੂੰ ਛੱਡ ਜਾਂਦੇ ਨੇ। ਪਤੀ ਜਿਉਂਦਾ ਹੋਏ ਤੇ ਪਤਨੀ ਛੱਡ ਕੇ ਚਲੀ ਜਾਏ, ਪਤਨੀ ਜਿਉਂਦੀ ਹੋਏ ਤੇ ਪਤੀ ਛੱਡ ਕੇ ਚਲਾ ਜਾਏ, ਉਹਨਾਂ ਨੂੰ ਉਲਾਮਾ ਮਿਲਦਾ ਹੈ, ਉਹਨਾਂ ਨੂੰ ਉਲਾਮਾ ਮਿਲਦਾ ਹੈ, ਕਿਉਂਕਿ ਉਹ ਜੀਵਨ ਨੂੰ ਨਿਭਾ ਨਹੀਂ ਨਾ ਪਾਏ, ਆਪਣੇ ਵਾਅਦਿਆਂ ਨੂੰ ਨਿਭਾ ਨਹੀਂ ਪਾਏ, ਗਲਤੀ ਚਾਹੇ ਕਿਸੇ ਦੀ ਵੀ ਹੈ। ਹੁਣ ਜਿਹੜੀ ਔਰਤ ਨਾ ਵਿਧਵਾ ਹੋ ਸਕਦੀ ਹੈ, ਪਰ ਜਿਹੜੇ ਪ੍ਰਭੂ ਦੇ ਨਾਲ ਪਿਆਰ ਕਰਨ ਵਾਲੀ ਜੀਵ ਇਸਤਰੀ, ਉਹ ਕਦੇ ਵਿਧਵਾ ਨਹੀਂ ਹੁੰਦੀ, ਕਿਉਂਕਿ ਰੱਬ ਨੇ ਕਦੇ ਮਰਨਾ ਨਹੀਂ ਹੈ ਨਾ। ਤੇ ਦੂਜੀ ਗੱਲ ਹੈ, ਰੱਬ ਨੇ ਛੱਡ ਕੇ ਵੀ ਨਹੀਂ ਜਾਣਾ, ਰੱਬ ਤੇ ਵੀ ਦੋਸ਼ ਨਹੀਂ ਹੈ। ਸਿਰਫ ਉਹਦੇ ਤੇ ਦੋਸ਼ ਬੰਦੇ ਤੇ ਲੱਗੇਗਾ, ਕਿਉਂਕਿ ਬੰਦਾ ਰੱਬ ਨੂੰ ਛੱਡਦਾ ਹੈ, ਰੱਬ ਨਹੀਂ ਬੰਦੇ ਨੂੰ ਛੱਡਦਾ। ਰੱਬ ਤੇ ਸਰਵ ਵਿਆਪਕ ਹੈ, ਸਚਾਈ, ਦਇਆ, ਧਰਮ ਹਰ ਇੱਕ ਦੇ ਅੰਦਰ ਹਰ ਵਕਤ ਮੌਜੂਦ ਹੈ, ਪਰ ਬੰਦੇ ਨਹੀਂ ਛੱਡ ਦਿੱਤਾ ਨਾ ਰੱਬ ਨੂੰ। ਇਹੀ ਛੁੱਟੜ ਹੋ ਗਿਆ ਹੈ। ਛੁੱਟੜ ਨੂੰ ਉਲਾਮਾ ਮਿਲਦਾ ਹੈ, ਚਾਹੇ ਉਹ ਬੰਦਾ ਹੈ ਚਾਹੇ ਉਹ ਔਰਤ ਹੈ, ਉਹਨਾਂ ਨੂੰ ਉਲਾਮਾ ਮਿਲਦਾ ਹੈ। ਉਹਨਾਂ ਨਾਲ ਲੋਕ ਨਫ਼ਰਤ ਵੀ ਕਰਦੇ ਨੇ, ਨਫ਼ਰਤ ਦੀ ਨਜ਼ਰ ਨਾਲ ਵੀ ਵੇਖਦੇ ਨੇ ਕਿ ਇਹ ਲੋਕ ਠੀਕ ਨਹੀਂ ਹਨ, ਇਹਨੇ ਆਪਣੀ ਘਰ ਵਾਲੀ ਨੂੰ ਛੱਡਿਆ ਜਾਂ ਘਰ ਵਾਲੇ ਨੂੰ ਛੱਡਿਆ, ਕਹਿੰਦੇ ਨੇ ਨਾ। ਇਸੇ ਤਰ੍ਹਾਂ ਰੱਬ ਨੇ ਕਦੇ ਮਰਨਾ ਨਹੀਂ, ਇਸ ਲਈ ਰੱਬ ਦੇ ਨਾਲ ਪ੍ਰੀਤ ਕਰਨ ਵਾਲੀ ਜਿਹੜੀ ਜੀਵ ਇਸਤਰੀ ਰੰਡੀ, ਉਹਨੇ ਕਦੇ ਵੀ ਨਹੀਂ ਹੋਣਾ, ਸਿਰਫ ਉਹ ਛੁੱਟੜ ਹੋ ਸਕਦੀ ਹੈ। ਤੇ ਛੁੱਟੜ ਹੋਣ ਵਿੱਚ ਵੀ ਗਲਤੀ ਜੀਵ ਇਸਤਰੀ ਦੀ, ਯਾਨੀ ਜੀਵ ਦੀ, ਬੰਦੇ ਦੀ ਹੋਏਗੀ, ਇਨਸਾਨ ਦੀ ਹੋਏਗੀ, ਕਿਉਂਕਿ ਸੱਚ ਨੇ ਮੈਨੂੰ ਨਹੀਂ ਛੱਡਿਆ। ਸੱਚ ਤੇ ਹਰ ਥਾਂ ਤੇ ਹੈ, ਮੈਂ ਸੱਚ ਬੋਲਣਾ ਛੱਡ ਦਿੱਤਾ ਹੈ। ਦਇਆ ਤੇ ਹਰ ਥਾਂ ਤੇ ਵਿਆਪਕ ਹੈ, ਮੈਂ ਦਇਆ ਕਰਨੀ ਛੱਡ ਦਿੱਤੀ ਹੈ। ਪ੍ਰੇਮ ਤਾਂ ਹਰ ਥਾਂ ਤੇ ਵਿਆਪਕ ਹੈ,
ਮੈਂ ਪ੍ਰੇਮ ਨੂੰ ਯੂਜ਼ ਕਰਨਾ ਛੱਡਤਾ, ਪ੍ਰੇਮ ਕਰਨਾ ਛੱਡ ਦਿੱਤਾ ਹੈ। ਇਨਸਾਨੀਅਤ ਤਾਂ ਹਰ ਥਾਂ ਤੇ ਹੈ, ਲੇਕਿਨ ਮੈਂ ਹੀ ਇਨਸਾਨੀਅਤ ਛੱਡ ਬੈਠਾ, ਮੈਂ ਹੀ ਰੱਬ ਨੂੰ ਛੱਡ ਬੈਠਾ। ਇਸ ਲਈ ਗੁਰਦੇਵ ਨੇ ਕਿਹਾ ਨਾ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਕਿ ਤੂੰ ਰੱਬ ਦੇ ਨਾਲ ਰਹੋ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਇਹ ਜਿਹੜਾ ਰੰਗ ਹੈ ਨਾ ਬਾਹਰ ਦਾ, ਵਿਕਾਰਾਂ ਦਾ, ਇਹਦੇ ਲਹਿੰਦਿਆਂ ਦੇਰ ਨਹੀਂ ਲੱਗਦੀ। ਔਰ ਜੋ ਇਸਤਰੀ ਪੁਰਸ਼ ਸ਼ੁਭ ਗੁਣਾਂ ਦੇ ਧਾਰਨੀ ਨਹੀਂ, ਉਹਨਾਂ ਦਾ ਸੰਸਾਰਿਕ ਜੀਵਨ, ਰਿਸ਼ਤੇ ਨਾਤੇ ਟੁੱਟ ਜਾਂਦੇ ਨੇ। ਇਸੇ ਤਰ੍ਹਾਂ ਜਿਹੜੇ ਲੋਕ ਕੇਵਲ ਬਾਹਰੀ ਵਿਖਾਵਾ ਕਰ ਰਹੇ ਨੇ, ਧਾਰਮਿਕ ਪਹਿਨਾਵੇ ਪਹਿਨੇ ਹੋਏ ਨੇ, ਧਾਰਮਿਕ ਚਿੰਨ੍ਹ ਧਾਰਨ ਕੀਤੇ ਨੇ, ਬਾਹਰੋਂ ਵੇਸ਼ਭੂਸ਼ਾ ਧਰਮ ਵਾਲੀ ਹੈ, ਲੇਕਿਨ ਅੰਦਰ ਉਹਨਾਂ ਦੇ ਖੋਟ ਹੈ, ਅੰਦਰ ਉਹਨਾਂ ਦੇ ਪਾਪ ਨੇ, ਅਪਰਾਧ ਨੇ, ਕਰਮ ਉਹਨਾਂ ਦੇ ਮਾੜੇ ਨੇ, ਤਾਂ ਇਹ ਵਿਖਾਵਾ ਲੈਂਦਿਆਂ ਦੇਰ ਨਹੀਂ ਲੱਗਦੀ, ਪਤਾ ਲੱਗ ਜਾਂਦਾ ਕਿ ਵਿਖਾਵਾਕਾਰੀ ਸੀ। ਕਿੰਨੇ ਹੁਣ ਵੱਡੇ ਵੱਡੀਆਂ ਸ਼ਕਤੀਆਂ, ਸ਼ਖਸੀਅਤਾਂ ਜੋ ਆਪਣੇ ਆਪ ਨੂੰ ਵੱਡੇ ਬਾਬੇ, ਗੋਡ ਦਾ ਮੈਸੇਂਜਰ ਸਮਝਦੇ ਸੀ, ਅੱਜ ਜੇਲ੍ਹਾਂ ਵਿੱਚ ਬੈਠੇ ਨੇ ਨਾ। ਕਿੰਨਾ ਵੱਡਾ ਵਿਖਾਵਾ ਸੀ, ਕਿੰਨੇ ਵੱਡੇ ਵੱਡੇ ਬੋਲ ਸਨ, ਕਿੰਨਾ ਵੱਡਾ ਵੱਡਾ ਪਹਿਨਾਵਾ ਸੀ, ਲੇਕਿਨ ਕਿੱਧਰ ਗਿਆ ਉਹ ਪਹਿਨਾਵਾ? ਲੈ ਗਿਆ ਨਾ, ਵਿਖਾਵਾ ਖਤਮ ਹੋ ਗਿਆ ਨਾ। ਗੱਲ ਵਿਖਾਵੇ ਦੀ ਨਹੀਂ ਹੈ, ਗੱਲ ਤਾਂ ਆਚਰਨ ਦੀ ਹੈ ਕਿ ਬਿਹੇਵੀਅਰ ਕੈਸਾ ਹੈ, ਸੋਚ ਕੈਸੀ ਹੈ। ਇਸ ਲਈ ਗੁਰੂ ਜੀ ਕਹਿੰਦੇ ਨੇ, ਇਹ ਜਿਹੜਾ ਚੂਹ ਚੂਹਾ ਰੰਗ ਹੈ ਵਿਕਾਰਾਂ ਦਾ, ਇਹਦੇ ਉਤਰਦਿਆਂ ਢਿੱਲ ਨਹੀਂ ਲੱਗਦੀ। ਮਾਇਆ ਦੇ ਮੋਹ ਦੇ ਅੰਦਰ ਇਸਤਰੀ ਵਿਧਵਾ ਹੋਈ ਫਿਰਦੀ ਹੈ। ਇਸਤਰੀ ਦਾ ਮਤਲਬ ਜੀਵ, ਕੋਈ ਵੀ ਬੰਦਾ ਜਾਂ ਔਰਤ ਕੋਈ ਵੀ ਹੋ ਸਕਦਾ ਹੈ, ਜਿਸ ਦੇ ਅੰਦਰ ਮਾਇਆ ਵਾਲੀ ਸੋਚ ਹੈ, ਉਹ ਰੱਬ ਤੋਂ ਛੁੱਟੜ ਹੋਇਆ ਫਿਰਦਾ ਹੈ। ਮੁੰਦ ਇਆਣੀ ਦੁਮਣੀ ਸੂਹੈ ਵੇਸ ਲੁਭਾਏ। ਇੱਥੇ ਔਂਕੜ ਪੜਨਾ ਹੈ, ਲੋਭਾਏ ਨਹੀਂ ਪੜਨਾ। ਸ਼ੁੱਧ ਸ਼ਬਦ ਹੁੰਦਾ ਹੈ ਲੋਭ, ਹੋੜੇ ਨਾਲ, ਪਰ ਇੱਥੇ ਲੱਲੇ ਦੇ ਥੱਲੇ ਔਂਕੜ ਵੀ ਲੱਗਾ ਹੈ, ਇਸ ਲਈ ਔਂਕੜ ਪੜਨਾ ਹੈ ਲੁਭਾਏ। ਮੁੰਦ ਦਾ ਮਤਲਬ ਜੀਵ ਇਸਤਰੀ, ਦੁਮਣੀ ਦਾ ਮਤਲਬ ਹੁੰਦਾ ਹੈ ਡੂਮਣੀ, ਦੋ ਮਨਾਂ ਵਾਲੀ, ਦੁਚਿੱਤੀ, ਕਨਫਿਊਜ਼। ਵੇਸ਼ ਦਾ ਮਤਲਬ ਵੇਸ ਵਿੱਚ, ਲੁਭਾਏ ਦਾ ਮਤਲਬ ਲੋਭ ਹੈ, ਲੋਭ ਦੇ ਵਿੱਚ ਹੈ। ਜੋ ਮਾਇਆ ਦੇ ਵੇਸ਼ ਵਿੱਚ ਲੁਭਿਤ ਹੈ, ਉਹ ਜੀਵ ਇਸਤਰੀ ਅਣਾਣੀ ਹੈ, ਬੇਸਮਝ ਹੈ। ਮੁੰਦ ਇਆਣੀ ਬੇਸਮਝ ਹੈ, ਤੇ ਉਹਦਾ ਮਨ ਜਿਹੜਾ ਹੈ ਡੋਲਦਾ ਹੈ। ਦੁਮਣੀ ਦਾ ਮਤਲਬ ਦੋ ਚਿਤਾਪਨ, ਉਹਦਾ ਮਨ ਡੋਲਦਾ ਰਹਿੰਦਾ, ਕਦੇ ਇੱਧਰ ਕਦੇ ਉੱਧਰ, ਮਨ ਟਿਕਾਵ ਵਿੱਚ ਨਹੀਂ ਆਉਂਦਾ। ਤਾਂ ਜਿਸ ਦੇ ਮਨ ਦੇ ਅੰਦਰ ਕੇਵਲ ਵੇਸ਼ ਭੂਸ਼ਾ ਵਾਸਤੇ ਹੀ ਪਿਆਰ ਹੈ, ਬਾਹਰੀ ਵਿਖਾਵੇ ਵਾਸਤੇ ਪਿਆਰ ਹੈ, ਤੇ ਅੰਦਰ ਜਿਹਦੇ ਵਿਕਾਰ ਨੇ, ਉਹਨਾਂ ਦਾ ਮਨ ਹਮੇਸ਼ਾ ਡੋਲਦਾ ਰਹਿੰਦਾ। ਔਰ ਆਪ ਦੇਖੋਗੇ, ਚਾਰ ਚੁਫੇਰੇ ਅਸੀਂ ਚੌਗਿਰਦੇ ਵੇਖਦੇ ਹਾਂ, ਆਪਣੀ ਜ਼ਿੰਦਗੀ ਵੱਲ ਵੀ ਝਾਤ ਮਾਰਦੇ ਹਾਂ, ਤਾਂ ਆਪ ਵੀ ਕਈ ਵਾਰ ਅਸੀਂ ਇੱਥੇ ਹੀ ਖੜੇ ਹੋਏ ਨਜ਼ਰੀ ਪੈਂਦੇ ਹਾਂ। ਬਾਹਰੋਂ ਧਰਮ ਦੀਆਂ ਗੱਲਾਂ ਲੋਕ ਕਰ ਰਹੇ ਨੇ, ਧਾਰਮਿਕ ਪਹਿਨਾਵੇ ਪਹਿਨੇ ਹੋਏ ਨੇ, ਲੇਕਿਨ ਅੰਦਰੋਂ ਡੋਲੇ ਹੋਏ ਨੇ। ਪਰ ਤਨ ਰੂਪ ਨੂੰ ਵੇਖ ਕੇ ਬੰਦਾ ਡੋਲ ਜਾਂਦਾ ਹੈ, ਕਿਤੇ ਈਰਖਾ ਦਵੇਸ਼ ਕਰਕੇ ਡੋਲ ਜਾਂਦਾ ਹੈ, ਕਿਤੇ ਈਗੋ ਹੰਕਾਰ ਵਿੱਚ ਡੋਲ ਜਾਂਦਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਿਸ ਦੇ ਅੰਦਰ ਵਿਕਾਰਾਂ ਦਾ ਪ੍ਰੇਮ ਹੈ, ਉਹ ਜੀਵ ਇਸਤਰੀ ਹਮੇਸ਼ਾ ਡੋਲਦੀ ਰਹਿੰਦੀ ਹੈ। ਹੁਣ ਅੱਗੇ ਦੱਸ ਰਹੇ ਨੇ ਕਿ ਸੱਚਾ ਰੰਗ ਕਿਵੇਂ ਬਣ ਸਕਦਾ ਹੈ, ਸਾਨੂੰ ਕੀ ਕਰਨਾ ਚਾਹੀਦਾ ਹੈ। ਇਹ ਚੀਜ਼ ਦਾ ਸੋਲੂਸ਼ਨ ਕੀ ਹੈ ਕਿ ਜੋ ਇਨਸਾਨ ਵਿਕਾਰਾਂ ਵਿੱਚ ਖਚਤ ਹੈ, ਪਾਪਾਂ ਵਿੱਚ, ਅਪਰਾਧਾਂ ਵਿੱਚ ਖਚਤ ਹੈ, ਸੱਚ ਨੂੰ ਛੱਡ ਕੇ ਝੂਠ ਦੇ ਨਾਲ ਲੱਗਾ ਹੋਇਆ ਹੈ, ਜ਼ਿੰਦਗੀ ਦੇ ਅੰਦਰ ਦੁੱਖ ਨੇ, ਜ਼ਿੰਦਗੀ ਦੇ ਅੰਦਰ ਕਲੇਸ਼ ਨੇ, ਤਾਂ ਇਹਦਾ ਸੋਲੂਸ਼ਨ ਕੀ ਹੈ? ਤਾਂ ਗੁਰੂ ਜੀ ਕਹਿੰਦੇ ਨੇ, ਸ਼ਬਦ ਸੱਚੇ ਰੰਗ ਲਾਲ ਕਰ, ਭੈ ਭਾਏ ਸ਼ਿੰਗਾਰ ਬਣਾਏ। ਸੱਚੇ ਸ਼ਬਦ, ਭਾਏ ਦਾ ਮਤਲਬ ਪ੍ਰੇਮ ਦੀ ਰਾਹੀਂ, ਸ਼ਿੰਗਾਰ ਦਾ ਮਤਲਬ ਸਜਾਵਟ। ਤਾਂ ਗੁਰੂ ਜੀ ਕਹਿੰਦੇ ਨੇ, ਜੋ ਜੋ ਜੀਵ ਇਸਤਰੀ ਸੱਚੇ ਸ਼ਬਦ ਦੀ ਰਾਹੀਂ, ਸੱਚੇ ਗੁਰੂ ਦੇ ਉਪਦੇਸ਼ ਦੀ ਰਾਹੀਂ, ਜੋ ਪ੍ਰੇਮ ਦਾ ਲਾਲ ਰੰਗ ਬਣਾ ਕੇ ਪ੍ਰਭੂ ਦੇ ਡਰ ਔਰ ਪ੍ਰੇਮ ਦੀ ਰਾਹੀਂ ਆਪਣਾ ਮਨ ਸੋਹਣਾ ਬਣਾ ਲੈਂਦੀ ਹੈ, ਉਹਦਾ ਜੀਵਨ ਸਫਲ ਹੋ ਜਾਂਦਾ। ਯਾਨੀ ਗੁਰੂ ਦੇ ਸ਼ਬਦ ਰਾਹੀਂ, ਉਪਦੇਸ਼ ਰਾਹੀਂ ਆਪਣੇ ਜੀਵਨ ਨੂੰ ਪ੍ਰੇਮ ਦੇ ਨਾਲ ਸ਼ਿੰਗਾਰਿਆ ਜਾ ਸਕਦਾ ਹੈ, ਸੱਚ ਦੇ ਨਾਲ ਸ਼ਿੰਗਾਰਿਆ ਜਾ ਸਕਦਾ ਹੈ। ਤੇ ਉਹ ਸ਼ਿੰਗਾਰੇਗਾ ਜਿਸ ਦੇ ਅੰਦਰ ਪ੍ਰਭੂ ਦਾ ਡਰ ਔਰ ਅਦਬ ਹੈ, ਪ੍ਰੇਮ ਹੈ, ਅਦਬ ਹੈ। ਜੇ ਸਾਡੇ ਜੀਵਨ ਵਿੱਚ ਇਹ ਡਰ ਪੈਦਾ ਹੋ ਜਾਏ ਕਿ ਰੱਬ ਨਾਰਾਜ਼ ਨਾ ਹੋ ਜਾਏ,
ਤਾਂ ਫਿਰ ਬੰਦਾ ਕੋਈ ਗਲਤ ਕਰਮ ਨਹੀਂ ਨਾ ਕਰੇਗਾ। ਜਿਵੇਂ ਕੋਈ ਸਾਡਾ ਰਿਸ਼ਤੇਦਾਰ, ਸੱਜਣ ਮਿੱਤਰ ਜਿਸ ਨਾਲ ਸਾਡਾ ਪਿਆਰ ਹੋਵੇ, ਤਾਂ ਅਸੀਂ ਇਸ ਚੀਜ਼ ਦਾ ਅੰਦਰੋਂ ਡਰ ਰੱਖਦੇ ਆ ਨਾ ਕਿ ਕਿਤੇ ਉਹਦੇ ਨਾਲ ਪ੍ਰੇਮ ਟੁੱਟ ਨਾ ਜਾਏ, ਯਾਰ ਇੰਨਾ ਚੰਗਾ ਸੱਜਣ ਬੰਦਾ ਹੈ, ਕਿਤੇ ਉਹਦੇ ਨਾਲ ਦੂਰੀ ਨਾ ਵੱਜ ਜਾਏ। ਇਹ ਹੈ ਨਿਰਮਲ ਭਾਵ। ਇੱਕ ਤੇ ਡਰ ਹੈ ਨਾ ਚੋਰਾਂ ਲੁਟੇਰਿਆਂ ਦਾ, ਉਹ ਡਰ ਨਹੀਂ ਹੈ। ਇੱਥੇ ਡਰ ਹੈ ਕਿ ਮੈਂ ਆਪਣੇ ਫਰਜ਼ਾਂ ਨੂੰ ਨਿਭਾਵਾਂ, ਇੱਥੇ ਫਰਜ਼ਾਂ ਨੂੰ ਨਿਭਾਉਣ ਦੀ ਪ੍ਰੇਰਨਾ ਹੈ। ਤੇ ਜੇ ਅਦਬ ਪੈਦਾ ਹੋ ਜਾਏ, ਪ੍ਰੇਮ ਪੈਦਾ ਹੋ ਜਾਏ ਪ੍ਰਭੂ ਦਾ, ਤਾਂ ਫਿਰ ਕਿੰਨਾ ਸੋਹਣਾ ਜੀਵਨ ਬਣ ਜਾਏਗਾ। ਇਹ ਵਿਚਾਰ ਆਪਾਂ ਬਹੁਤ ਵਾਰੀ ਕਰ ਚੁੱਕੇ ਹਾਂ ਕਿ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਸਾਡੇ ਮਨਾਂ ਵਿੱਚ ਟਿਕ ਜਾਏ, ਤਾਂ ਜਿਹੜਾ ਗੁਰੂ ਦਾ ਅਦਬ ਕਰੇਗਾ, ਗੁਰੂ ਨਾਲ ਪ੍ਰੇਮ ਕਰੇਗਾ, ਉਹ ਕਦੇ ਸ਼ਰਾਬ ਆਦਿਕ ਨਸ਼ੇ ਨਹੀਂ ਵਰਤੇਗਾ, ਕਿਉਂਕਿ ਗੁਰੂ ਜੀ ਰੋਕਦੇ ਨੇ ਨਾ, ਨਸ਼ੇ ਨਹੀਂ ਠੀਕ ਹੈ। ਜਿਹਦੇ ਅੰਦਰ ਗੁਰੂ ਦਾ ਡਰ ਅਦਬ ਹੋਏਗਾ, ਉਹ ਝੂਠ ਨਹੀਂ ਬੋਲੇਗਾ, ਕਿਉਂਕਿ ਗੁਰੂ ਜੀ ਸਾਨੂੰ ਝੂਠ ਤੋਂ ਵਰਤਦੇ ਨਾ, ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਜਿਹਦੇ ਅੰਦਰ ਗੁਰਬਾਣੀ ਦਾ ਡਰ ਅਦਬ ਪਿਆਰ ਹੋਏਗਾ, ਉਹ ਕਿਸੇ ਨਾਲ ਜੈਲਸੀ ਨਹੀਂ ਕਰੇਗਾ, ਕਿਉਂਕਿ ਗੁਰੂ ਜੀ ਸਾਨੂੰ ਵਰਤਦੇ ਨੇ ਨਾ, ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ। ਯਾਨੀ ਕਹਿਣ ਤੋਂ ਭਾਵ ਕਿ ਉਹ ਮਾੜਾ ਕਰਮ ਕੋਈ ਕਰੇਗਾ ਹੀ ਨਹੀਂ। ਇਸ ਲਈ ਜੇ ਸਾਡੇ ਅੰਦਰ ਰੱਬ ਦਾ ਡਰ ਅਦਬ ਪੈਦਾ ਹੋ ਜਾਏ ਗੁਰੂ ਦੇ ਸੱਚੇ ਉਪਦੇਸ਼ ਰਾਹੀਂ, ਤਾਂ ਸਾਡੇ ਅੰਦਰ ਵੀ ਲਾਲ ਰੰਗ ਲੱਗ ਸਕਦਾ ਹੈ, ਪਿਆਰ ਦਾ ਰੰਗ ਚੜ ਸਕਦਾ ਹੈ, ਬੰਦਾ ਗੁਣੀ ਹੋ ਸਕਦਾ ਹੈ, ਉਹ ਆਪਣੇ ਜੀਵਨ ਨੂੰ ਫਿਰ ਸ਼ਿੰਗਾਰਦਾ ਹੈ। ਤਾਂ ਇੱਥੇ ਸਾਨੂੰ ਸਮਝਾਇਆ ਜਾ ਰਿਹਾ ਹੈ ਕਿ ਸੱਚੇ ਸ਼ਬਦ ਦੇ ਰਾਹੀਂ ਆਪਣੇ ਅੰਦਰ ਪ੍ਰਭੂ ਦਾ ਡਰ ਅਦਬ ਔਰ ਪ੍ਰੇਮ ਪੈਦਾ ਕਰਕੇ ਇਹਨੂੰ ਆਪਣੇ ਜੀਵਨ ਦਾ ਸ਼ਿੰਗਾਰ ਬਣਾਉਣਾ ਹੈ। ਕਿਸੇ ਨੇ ਤੇ ਬਾਹਰੀ ਵਿਖਾਵੇ ਨੂੰ ਸ਼ਿੰਗਾਰ ਬਣਾਇਆ ਨਾ, ਵਰਤਾਂ ਰਾਤਿਆਂ ਆਦਿਕ ਨੂੰ, ਪਰ ਜੋ ਗੁਰੂ ਦੇ ਡਰ ਅਦਬ ਵਾਲਾ ਬੰਦਾ ਹੈ, ਉਹ ਆਪਣੇ ਜੀਵਨ ਨੂੰ ਗੁਣਾਂ ਦੇ ਨਾਲ ਸ਼ਿੰਗਾਰਦਾ ਹੈ। ਇਹ ਮਨ ਸੁੰਦਰ ਆਪਣਾ ਹਰ ਨਾਮ ਮਜੀਠੇ ਰੰਗ। ਨਾਨਕ ਸਦਾ ਸੁਹਾਗਣੀ ਜੇ ਚੱਲਨ ਸਤਿਗੁਰ ਪਾਏ। ਪਾਏ ਦਾ ਮਤਲਬ ਪ੍ਰੇਮ, ਜੇ ਦਾ ਮਤਲਬ ਜੋ ਜੀਵ ਇਸਤਰੀਆਂ ਜੋ ਸਤਿਗੁਰ ਦੇ ਪਿਆਰ ਵਿੱਚ ਇਸ ਜੀਵਨ ਪੰਥ ਤੇ ਤੁਰਦੀਆਂ ਨੇ, ਹੇ ਨਾਨਕ, ਉਹ ਸਦਾ ਸੁਹਾਗ ਭਾਗ ਵਾਲੀਆਂ ਨੇ। ਯਾਨੀ ਉਹ ਖੁਸ਼ਕਿਸਮਤ ਨੇ ਇਨਸਾਨ, ਉਹਨਾਂ ਦਾ ਮੁਬਾਰਕ ਹੈ ਜੀਵਨ, ਮਹਾਨ ਹੈ ਉਹਨਾਂ ਦੀ ਜ਼ਿੰਦਗੀ। ਸ਼ਾਬਾਸ਼ ਉਹਨਾਂ ਦੇ ਜੀਵਨ ਨੂੰ ਜੋ ਗੁਰੂ ਦੇ ਪ੍ਰੇਮ ਦੇ ਅੰਦਰ ਜੀਵਨ ਗੁਜ਼ਾਰਦੇ ਨੇ, ਜੋ ਗੁਰੂ ਦੀ ਰਜ਼ਾ ਦੇ ਅੰਦਰ ਜ਼ਿੰਦਗੀ ਗੁਜ਼ਾਰਦੇ ਨੇ, ਯਾਨੀ ਜੋ ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਫੋਲੋ ਕਰਦੇ ਨੇ, ਕੁਰਬਾਨ ਉਹਨਾਂ ਤੋਂ, ਬਲਿਹਾਰ ਉਹਨਾਂ ਤੋਂ। ਉਹ ਸਦਾ ਹੀ ਸੁਹਾਗ ਭਾਗ ਵਾਲੇ ਨੇ, ਉਹ ਸਦਾ ਹੀ ਸੋਹਣੇ ਨੇ, ਉਹ ਸਦਾ ਹੀ ਮਹਾਨ ਨੇ, ਸਦਾ ਹੀ ਉਹ ਵੱਡੇ ਨੇ, ਸਦਾ ਹੀ ਉਹਨਾਂ ਦਾ ਜੀਵਨ ਮੁਬਾਰਕ ਹੈ। ਪੌੜੀ ਆਪੇ ਆਪ ਉਪਾਇਨ ਆਪ ਕੀਮਤ ਪਾਈ। ਆਪੇ ਆਪ ਉਪਾਇਨ ਦਾ ਮਤਲਬ ਪ੍ਰਭੂ ਨੇ ਆਪ ਹੀ ਆਪਣਾ ਆਪਾ ਪੈਦਾ ਕੀਤਾ ਹੈ। ਰੱਬ ਨੂੰ ਕੋਈ ਪੈਦਾ ਕਰਨ ਵਾਲਾ ਨਹੀਂ ਹੈ। ਆਪੇ ਆਪ ਨਿਰੰਜਨ ਸੋਏ, ਮਾਇਆ ਦੀ ਮੈਲ ਤੋਂ ਰਹਿਤ ਪ੍ਰਭੂ ਆਪ ਆਪਣੇ ਆਪ ਤੋਂ ਹੈ। ਸੈਭੰ, ਅਸੀਂ ਮੂਲ ਮੰਤਰ ਵਿੱਚ ਪੜਿਆ ਹੈ ਨਾ, ਸੈਭੰ ਸੁਤੇ ਪ੍ਰਕਾਸ਼, ਆਪਣੇ ਆਪ ਤੋਂ ਆਪ ਹੈ। ਉਹਦਾ ਕੋਈ ਮਾਂ ਪਿਓ ਨਹੀਂ ਹੈ। ਜਿਸ ਨੇ ਰੱਬ ਨੂੰ ਜਨਮ ਦਿੱਤਾ ਹੈ, ਉਹਦਾ ਕੋਈ ਮਾਂ ਪਿਓ ਨਹੀਂ, ਉਹ ਆਪਣੇ ਆਪ ਤੋਂ ਆਪ ਹੈ। ਉਹ ਇਸਤਰੀ ਆਦਿਕ ਦੇ ਪੇਟ ਤੋਂ ਜਨਮਿਆ ਨਹੀਂ ਹੈ। ਇਸੇ ਲਈ ਗੁਰੂਦੇਵ ਪਾਤਸ਼ਾਹ ਨੇ ਅਵਤਾਰਵਾਦ ਦਾ ਖੰਡਨ ਕੀਤਾ ਹੈ। ਗੁਰਬਾਣੀ ਅਵਤਾਰਵਾਦ ਵਿੱਚ ਵਿਸ਼ਵਾਸ ਨਹੀਂ ਰੱਖਦੀ ਕਿ ਰੱਬ ਅਵਤਾਰ ਧਾਰ ਕੇ ਆਉਂਦਾ ਹੈ। ਸਗੋਂ ਗੁਰੂ ਜੀ ਤਾਂ ਕਹਿੰਦੇ ਨੇ, ਸੋ ਮੁਖ ਜਲੋ ਜਿਤ ਕਹੇ ਠਾਕੁਰ ਜੋਨੀ। ਤੇਰੀ ਉਹ ਜ਼ਬਾਨ ਸੜ ਜਾਏ, ਤੇਰਾ ਉਹ ਮੂੰਹ ਸੜ ਜਾਏ, ਜਿਸ ਮੂੰਹ ਦੇ ਨਾਲ ਤੂੰ ਇਹ ਕਹਿਣਾ ਵੀ ਰੱਬ ਜੂਨ ਵਿੱਚ ਆਇਆ ਹੈ। ਇਸ ਲਈ ਆਪਣੇ ਆਪ ਤੋਂ ਆਪ ਹੈ। ਆਪੇ ਆਪ ਉਪਾਇਨ, ਉਹਨੇ ਆਪਣੇ ਆਪ ਨੂੰ ਆਪ ਪੈਦਾ ਕੀਤਾ ਹੈ ਔਰ ਆਪਣੇ ਆਪ ਤੋਂ ਆ ਸੰਸਾਰ ਪੈਦਾ ਕੀਤਾ ਹੈ। ਆਪ ਕੀਮਤ ਪਾਈ, ਤੇ ਆਪਣੀ ਕੀਮਤ ਆਪ ਹੀ ਜਾਣਦਾ ਹੈ, ਆਪਣੀ ਵਡਿਆਈ ਆਪ ਜਾਣਦਾ ਹੈ। ਮੀਨਸ ਕਿ ਅਸੀਂ ਰੱਬ ਦੇ ਅੰਤ ਨੂੰ ਨਹੀਂ ਜਾਣ ਸਕਦੇ, ਅਸੀਂ ਰੱਬ ਦੇ ਇਸ ਸੰਸਾਰ ਦੇ ਅੰਤ ਨੂੰ ਨਹੀਂ ਜਾਣ ਸਕਦੇ। ਆ ਸਾਰਾ ਕੁਝ ਜੋ ਪਸਰਿਆ ਹੋਇਆ ਹੈ, ਸਾਰਾ ਕੁਝ ਰੱਬ ਆਪ ਹੀ ਪਸਰਿਆ ਹੋਇਆ ਹੈ, ਤੇ ਇਹਦੀ ਕੀਮਤ ਅਸੀਂ ਨਹੀਂ ਪਾ ਸਕਦੇ ਕਿ ਇੱਥੇ ਕਿੰਨੀਆਂ ਧਰਤੀਆਂ ਨੇ, ਕਿੰਨੀਆਂ ਆਕਾਸ਼ ਗੰਗਾਵਾਂ ਨੇ, ਕਿੰਨੇ ਖੰਡ ਮੰਡਲ ਬ੍ਰਹਿਮੰਡ ਨੇ, ਕਿੱਥੇ ਕੀ ਹੈ, ਕਿੱਥੋਂ ਇਹ ਬ੍ਰਹਿਮੰਡ ਸ਼ੁਰੂ ਹੁੰਦਾ ਹੈ, ਕਿੱਥੇ ਜਾ ਕੇ ਖਤਮ ਹੋ ਜਾਂਦਾ। ਇਹਨਾਂ ਚੀਜ਼ਾਂ ਦਾ ਅੰਤ ਥੋੜੀ ਪਾਇਆ ਜਾਂਦਾ। ਬੰਦਾ ਤੇ ਹਾਲੇ ਖੋਜਾਂ ਕਰ ਕਰਕੇ ਆਪਣੇ ਹੀ ਸਰੀਰ ਦਾ ਅੰਤ ਨਹੀਂ ਪਾ ਸਕਿਆ। ਇਹਦੀ ਬਣਤਰ ਬਾਰੇ ਹਾਲੇ ਖੋਜਾਂ ਹੋਈ ਜਾ ਰਹੀਆਂ ਨੇ, ਹੁੰਦੀਆਂ ਜਾਣ। ਤਾਂ ਮਤਲਬ ਉਹ ਅਨੰਤ ਹੈ, ਉਹਦੀ ਕੀਮਤ ਨਹੀਂ ਪਾਈ ਜਾ ਸਕਦੀ, ਉਹ ਆਪਣੇ ਆਪ ਤੋਂ ਆਪ। ਅਗਲਾ ਵਚਨ ਕਰਦੇ ਨੇ, ਇਸ ਦਾ ਅੰਤ ਨਾ ਜਾਪਈ
ਗੁਰ ਸ਼ਬਦ ਬੁਝਾਈ, ਬੁਝਾਈ ਦਾ ਮਤਲਬ ਸਮਝ ਦਿੰਦਾ ਹੈ, ਸਮਝ ਬਖਸ਼ਦਾ ਹੈ। ਪ੍ਰਭੂ ਦਾ ਅੰਤ ਨਹੀਂ ਪੈ ਸਕਦਾ, ਉਹਦੀ ਇਸ ਖੇਡ ਦੀ ਸਮਝ ਨਹੀਂ ਪੈ ਸਕਦੀ। ਗੁਰ ਸ਼ਬਦ ਬੁਝਾਈ, ਗੁਰੂ ਦੇ ਸ਼ਬਦ ਰਾਹੀਂ ਆਪ ਸਮਝ ਬਖਸ਼ਦਾ ਹੈ। ਯਾਨੀ ਜੇ ਅਸੀਂ ਚਾਹੀਏ ਉਹਦਾ ਅੰਤ ਨਹੀਂ ਪਾ ਸਕਦੇ, ਉਹਦੇ ਬਾਰੇ ਕੁਝ ਜਾਣ ਨਹੀਂ ਸਕਦੇ, ਪਰ ਜੇ ਕੁਝ ਜਾਣਿਆ ਜਾ ਸਕਦਾ ਹੈ, ਕੁਝ ਸਮਝ ਪੈ ਸਕਦੀ ਹੈ, ਤਾਂ ਗੁਰੂ ਦੇ ਸ਼ਬਦ ਰਾਹੀਂ, ਗੁਰੂ ਦੇ ਪਾਵਨ ਬਾਣੀ ਰਾਹੀਂ ਇਸ ਚੀਜ਼ ਦੀ ਵੀ ਸਮਝ ਆਏਗੀ ਕਿ ਉਹਦਾ ਅੰਤ ਨਹੀਂ ਪੈ ਸਕਦਾ। ਇਹਦਾ ਵੀ ਪਤਾ ਸਾਨੂੰ ਗੁਰੂ ਦੀ ਪਾਵਨ ਬਾਣੀ ਰਾਹੀਂ ਲੱਗੇਗਾ ਕਿ ਉਹ ਅਨੰਤ ਹੈ, ਉਹਦਾ ਅੰਤ ਨਹੀਂ ਪੈ ਸਕਦਾ। ਪਰ ਗੁਰੂ ਦੇ ਸ਼ਬਦ ਰਾਹੀਂ ਸਾਨੂੰ ਪ੍ਰਭੂ ਦੇ ਵਿੱਚ ਅਭੇਦ ਕਿਵੇਂ ਹੋਣਾ ਹੈ, ਇਹ ਸਾਨੂੰ ਸਮਝ ਪੈਂਦੀ ਹੈ। ਗੁਰੂ ਦੀ ਪਾਵਨ ਬਾਣੀ ਰਾਹੀਂ ਸਾਨੂੰ ਇਹ ਸਮਝ ਪੈਂਦੀ ਹੈ ਕਿ ਇਹ ਸਾਰਾ ਜਗਤ ਰੱਬੀ ਰਜ਼ਾ ਦੇ ਅੰਦਰ ਚੱਲ ਰਿਹਾ ਹੈ। ਉਤਪत्ति, ਲੈਤਾ, ਪਾਲਣਾ ਔਰ ਸੰਚਾਲਨ ਸਾਰਾ ਕੁਝ ਰੱਬੀ ਨਿਯਮਾਵਲੀ ਦੇ ਅੰਦਰ ਚੱਲ ਰਿਹਾ ਹੈ। ਇਹ ਸਮਝ ਗੁਰੂ ਦੀ ਪਾਵਨ ਬਾਣੀ ਰਾਹੀਂ ਪੈਂਦੀ ਹੈ। ਅਸੀਂ ਆਪਣੇ ਆਪ ਨੂੰ ਰੱਬੀ ਰਜ਼ਾ ਦੇ ਵਿੱਚ ਕਿਵੇਂ ਲੀਨ ਕਰਨਾ ਹੈ, ਇਹ ਸਮਝ ਸਾਨੂੰ ਪਾਵਨ ਬਾਣੀ ਰਾਹੀਂ ਪੈਂਦੀ ਹੈ। ਗੁਰੂ ਦੇ ਹੁਕਮ, ਗੁਰੂ ਦੀ ਪਾਵਨ ਬਾਣੀ ਰਾਹੀਂ ਰੱਬੀ ਹੁਕਮ ਦੀ ਸੂਝ ਔਰ ਸਮਝ ਪੈਂਦੀ ਹੈ। ਉਹਦੇ ਮੁਤਾਬਕ ਅਸੀਂ ਚੱਲ ਕੇ ਰੱਬੀ ਰਜ਼ਾ ਦੇ ਅੰਦਰ ਸਮਾ ਸਕਦੇ ਹਾਂ, ਪਰ ਅੰਤ ਨਹੀਂ ਪਾ ਸਕਦੇ, ਹੁਕਮ ਦਾ ਅੰਤ ਨਹੀਂ ਪੈਂਦਾ। ਮਾਇਆ ਮੋਹ ਗੁਬਾਰ ਹੈ, ਦੂਜੇ ਭਰਮਾਈ। ਗੁਬਾਰ ਦਾ ਮਤਲਬ ਗੁੱਪ ਹਨੇਰਾ, ਦੂਜੇ ਦਾ ਮਤਲਬ ਹੋਰ ਪਾਸੇ, ਭਰਮਾਈ ਦਾ ਮਤਲਬ ਭਟਕਣ ਲੱਗ ਜਾਂਦਾ ਹੈ। ਮਾਇਆ ਦਾ ਜੋ ਮੋਹ ਹੈ, ਇਹ ਗੁੱਪ ਹਨੇਰਾ ਹੈ, ਮਾਇਆ ਦਾ ਮੋਹ। ਇਸ ਹਨੇਰੇ ਵਿੱਚ ਤੁਰ ਕੇ ਜੀਵ ਜ਼ਿੰਦਗੀ ਦਾ ਅਸਲ ਰਾਹ ਭੁੱਲ ਕੇ ਹੋਰ ਪਾਸੇ ਭਟਕਣ ਲੱਗ ਜਾਂਦਾ ਹੈ। ਮਾਇਆ ਦਾ ਮੋਹ ਘੁੱਪ ਹਨੇਰਾ ਹੈ। ਇਸ ਘੁੱਪ ਹਨੇਰੇ ਦੇ ਵਿੱਚ ਪੈ ਕੇ ਜੀਵ ਆਪਣੇ ਜੀਵਨ ਦੇ ਅਸਲ ਮਕਸਦ ਨੂੰ ਛੱਡ ਕੇ ਹੋਰ ਪਾਸੇ ਭਰਮਾਈ ਦਾ ਮਤਲਬ ਭਟਕਦਾ ਰਹਿੰਦਾ ਹੈ। ਹੁਣ ਮਾਇਆ ਦਾ ਮੋਹ ਕੀ ਹੈ? ਮਾਇਆ ਨੂੰ ਆਪ ਚੰਗੀ ਤਰ੍ਹਾਂ ਸਮਝਦੇ। ਮਾਇਆ ਦਾ ਮਤਲਬ ਪੈਸਾ, ਪ੍ਰਾਪਰਟੀ ਜਾਂ ਔਰਤ ਨਹੀਂ ਹੈ। ਪੈਸਾ, ਪ੍ਰਾਪਰਟੀ ਇਹ ਸਾਡੀਆਂ ਜ਼ਰੂਰਤਾਂ ਨੇ। ਪੈਸੇ ਤੋਂ ਬਿਨਾਂ ਰੋਟੀ, ਕੱਪੜੇ, ਮਕਾਨ ਦੀ ਲੋੜ ਕਿਸੇ ਦੀ ਵੀ ਪੂਰੀ ਨਹੀਂ ਹੁੰਦੀ, ਸਾਡੀ ਲੋੜ ਹੈ। ਮਾਇਆ ਦਾ ਮਤਲਬ ਹੈ ਉਹ ਸੋਚ, ਜੋ ਸੋਚ ਸਾਨੂੰ ਇੱਕ ਦੂਜੇ ਨਾਲ ਰੱਬ ਵਰਗਾ ਪਿਆਰ ਸਤਿਕਾਰ ਨਹੀਂ ਕਰਨ ਦਿੰਦੀ। ਮਾਇਆ ਦਾ ਮਤਲਬ ਸਾਡੀ ਉਹ ਸੋਚ ਜੋ ਸਾਡੇ ਅੰਦਰ ਸੈਲਫਿਸ਼ਨੈਸ ਪੈਦਾ ਕਰਦੀ ਹੈ ਔਰ ਸਾਡੇ ਅੰਦਰ ਵਿਕਾਰਾਂ ਦੇ ਭਾਵ ਪੈਦਾ ਕਰਦੀ ਹੈ, ਮੇਰ ਤੇਰ ਦੇ ਵਿਤਕਰੇ ਪੈਦਾ ਕਰਦੀ ਹੈ। ਇਹ ਮਾਇਆ ਹੈ। ਇਹ ਸੋਚ ਤੇ ਇਹਦਾ ਮੋਹ, ਇਹਦੀ ਪਕੜ, ਐਸੀ ਸੋਚ ਦੇ ਨਾਲ ਪ੍ਰੀਤ ਪਾਣੀ, ਇਹ ਮਾਇਆ ਦਾ ਮੋਹ। ਐਸੀ ਸੋਚ ਦੇ ਨਾਲ ਪ੍ਰੀਤ ਬਣੀ ਹੋਵੇ ਤੇ ਬੰਦਾ ਜੀਵਨ ਦੇ ਅਸਲ ਰਾਹ ਤੋਂ ਖੁੰਝ ਹੀ ਜਾਏਗਾ। ਅਸਲ ਰਾਹ ਸੀ ਸਚਿਆਰ ਹੋਣਾ, ਅਸਲ ਰਾਹ ਸੀ ਇਹ ਸਾਰੀ ਕਾਇਨਾਤ ਨੂੰ ਇੱਕ ਰੱਬ ਦੇ ਰੂਪ ਵਿੱਚ ਵੇਖਣਾ, ਅਸਲ ਰਾਹ ਸੀ ਸਾਡਾ ਮਨ ਵਚਨ ਕਰਮ ਕਰਕੇ ਰੱਬੀ ਹੁਕਮ ਵਿੱਚ ਤੁਰਨਾ। ਤੇ ਅਸੀਂ ਐਸੀ ਸੋਚ ਦੀ ਪਕੜ ਵਿੱਚ, ਮੋਹ ਵਿੱਚ ਆ ਕਿ ਜਿਹੜੀ ਸੋਚ ਸਾਨੂੰ ਇਸ ਪਾਸੇ ਜਾਣ ਹੀ ਨਹੀਂ ਦਿੰਦੀ। ਫਿਰ ਦੂਜੇ ਪਾਸੇ ਜਾਏਗਾ ਨਾ ਬੰਦਾ, ਫਿਰ ਪਾਪ ਕਰੇਗਾ, ਅਪਰਾਧ ਕਰੇਗਾ, ਵਿਕਾਰ ਕਮਾਏਗਾ, ਮੱਲਾ ਮਾਰੇਗਾ, 2 ਨੰਬਰ ਦੇ ਧੰਦੇ ਕਰੇਗਾ। ਇਹਦੀ ਜ਼ਿੰਦਗੀ ਦੇ ਅੰਦਰ ਵਿਕਾਰ ਔਰ ਅਗਿਆਨਤਾ ਘਰ ਘਰ ਜਾਏਗੀ। ਇਸ ਲਈ ਇਹ ਚੀਜ਼ ਨੂੰ ਸਮਝਣ ਦੀ ਲੋੜ ਹੈ। ਆਪਣੀ ਸੋਚ, ਅਸਲ ਦੇ ਅੰਦਰ ਜੋ ਮਨੁੱਖ ਦੀ ਸਭ ਤੋਂ ਵੱਡੀ ਪ੍ਰੋਬਲਮ ਹੈ ਨਾ, ਸਭ ਤੋਂ ਵੱਡਾ ਦੁਖਾਂਤ ਹੈ, ਮਨੁੱਖ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਦੁਖਾਂਤ ਇਹ ਹੈ ਕਿ ਇਹਨੂੰ ਇਹ ਪਤਾ ਨਹੀਂ ਕਿ ਮੈਂ ਮਾਨਸਿਕ ਤੌਰ ਤੇ ਕਿੱਥੇ ਖੜਾ, ਮੈਂ ਮਾਨਸਿਕ ਤੌਰ ਤੇ ਕਿੱਥੇ ਖੜਾ, ਮੇਰੀ ਮਾਨਸਿਕਤਾ, ਮੇਰੀ ਸੋਚ ਕੈਸੀ ਹੈ। ਬਹੁਤਾਤ ਗਿਣਤੀ ਨੂੰ ਨਹੀਂ ਪਤਾ ਕਿ ਮੈਂ ਕਿੱਧਰ ਜਾ ਰਿਹਾ, ਮੇਰੀ ਮੈਂਟੈਲਿਟੀ ਕਿੱਥੇ ਹੈ, ਮਾਨਸਿਕ ਤੌਰ ਤੇ ਮੈਂ ਕਿੱਥੇ ਖੜਾ ਹਾਂ। ਇਨਸਾਨੀਅਤ ਔਰ ਮਾਨਸਿਕਤਾ ਇੰਝ ਜਾਪਦਾ ਹੈ ਜਿਵੇਂ ਜ਼ਿੰਦਗੀ ਚੋਂ ਹੌਲੇ ਹੌਲੇ ਖਤਮ ਹੀ ਹੁੰਦੀ ਜਾ ਰਹੀ। ਮੇਰੀ ਸੋਚ ਕਿੱਥੇ ਹੈ, ਮੈਂ ਕਿੱਥੇ ਖੜਾ ਸੋਚ ਕਰਕੇ। ਕੈਸੀ ਸੋਚ ਚਾਹੀਦੀ ਹੈ? ਬੰਦਾ ਸੋਚਣ ਦਾ ਯਤਨ ਨਹੀਂ ਕਰਦਾ, ਬਹੁ ਗਿਣਤੀ। ਇਹ ਬੰਦੇ ਦਾ ਦੁਖਾਂਤ। ਤੇ ਜਿਹਨੂੰ ਆਪਣੀ ਸੋਚ ਦਾ ਹੀ ਨਹੀਂ ਪਤਾ ਕਿ ਮੈਂ ਮਾਨਸਿਕ ਤੌਰ ਤੇ ਕਿੱਥੇ ਖੜਾ, ਮੇਰੀ ਸੋਚ ਕਿੰਨੀ ਮਾੜੀ ਹੈ, ਤਾਂ ਉਹ ਬੰਦਾ ਕਿੱਥੇ ਪਾਪਾਂ ਪੁੰਨਾਂ ਬਾਰੇ ਵਿਚਾਰੇਗਾ। ਉਹਨੇ ਤੇ ਜੋ ਕੁਛ ਆਇਆ ਸਾਹਮਣੇ ਉਹਨੇ ਕਰੀ ਜਾਣਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਮਾਇਆ ਦਾ ਮੋਹ ਇੱਕ ਘੁੱਪ ਹਨੇਰਾ ਹੈ, ਜਿਸ ਕਰਕੇ ਬੰਦਾ ਸੱਚ ਨੂੰ ਛੱਡ ਕੇ ਦੂਜੇ ਪਾਸੇ ਭਟਕਦਾ ਰਹਿੰਦਾ। ਮਨਮੁਖ ਠੌਰ ਨਾ ਪਾਏ ਨੀ, ਫਿਰ ਆਵੇ ਜਾਈ।
ਠੌਰ ਦਾ ਮਤਲਬ ਟਿਕਾਣਾ, ਮਨਮੁਖ ਦਾ ਮਤਲਬ ਆਪ ਹੁਦਰੇ, ਆਵੇ ਜਾਈ ਦਾ ਮਤਲਬ ਆਉਣਾ ਜਾਣਾ, ਭਟਕਣਾ, ਫਿਰ ਦਾ ਮਤਲਬ ਮੁੜ ਮੁੜ ਕੇ। ਤਾਂ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਨੂੰ ਜ਼ਿੰਦਗੀ ਦੇ ਸਫ਼ਰ ਦੀ ਅਸਲ ਮੰਜ਼ਿਲ ਨਹੀਂ ਲੱਭਦੀ, ਮਨਮੁਖ ਠੌਰ ਨਾ ਪਾਏ, ਥਾਂ ਨਹੀਂ ਲੱਭਦੇ ਵੀ ਅਸੀਂ ਪਹੁੰਚਣਾ ਕਿੱਥੇ, ਸਾਡੀ ਮੰਜ਼ਿਲ ਕੀ ਹੈ। ਆਮ ਜੇ ਬੰਦੇ ਤੋਂ ਪੁੱਛਿਆ ਜਾਏ ਕਿ ਕਾਹਦੇ ਵਾਸਤੇ ਜ਼ਿੰਦਗੀ ਜੀ ਰਹੇ ਹੋ, ਜਾਂ ਅਸੀਂ ਆਪਣੇ ਆਪ ਤੋਂ ਪੁੱਛੀਏ ਕਿ ਅਸੀਂ ਜ਼ਿੰਦਗੀ ਕਿਉਂ ਜੀ ਰਹੇ ਹਾਂ, ਸਾਡੇ ਜੀਵਨ ਦਾ ਮਕਸਦ ਕੀ ਹੈ, ਜੀਵਨ ਦੀ ਮੰਜ਼ਿਲ ਕੀ ਹੈ, ਜੀਵਨ ਦਾ ਗੋਲ ਕੀ ਹੈ, ਤਾਂ 99% ਲੋਕਾਂ ਦੇ ਕੋਲ ਗੋਲ ਨਹੀਂ ਹੈ। 99 ਵੀ ਮੈਂ ਜ਼ਿਆਦਾ ਕਹਿ ਦਿੱਤਾ ਹੈ, ਹਜ਼ਾਰਾਂ ਦੇ ਵਿੱਚੋਂ ਕੋਈ ਇੱਕ ਅੱਧਾ ਬੰਦਾ ਹੈ ਜਿਸਨੇ ਆਪਣਾ ਗੋਲ ਬਣਾਇਆ ਹੋਇਆ ਰਿਟਨ ਦੇ ਅੰਦਰ। ਕਿੰਨੇ ਵੀਰ ਭੈਣਾਂ ਨੇ ਜਿਨ੍ਹਾਂ ਦਾ ਰਿਟਨ ਦੇ ਵਿੱਚ ਕੋਈ ਗੋਲ ਹੈ, ਗੋਲ ਹੀ ਨਹੀਂ। ਤੇ ਜਿਹਦਾ ਗੋਲ ਨਹੀਂ, ਜਿਹਦੀ ਕੋਈ ਮੰਜ਼ਿਲ ਨਹੀਂ, ਕੋਈ ਡੈਸਟੀਨੇਸ਼ਨ ਨਹੀਂ, ਉਹ ਪਹੁੰਚੇਗਾ ਕਿੱਥੇ? ਉਹ ਤੇ ਤੁਰੇ ਹੀ ਫਿਰੇਗਾ ਨਾ। ਕੋਲੂ ਦੇ ਬੈਲ ਦੀ ਤਰ੍ਹਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਰਦਾ ਹੈ, ਥੱਕ ਜਾਂਦਾ ਹੈ, ਅੱਖਾਂ ਬੰਦ ਨੇ। ਮਾਲਕ ਜਦੋਂ ਖੋਲਦਾ ਹੈ ਅੱਖਾਂ ਖੋਲ ਕੇ ਹੈਰਾਨ ਹੁੰਦਾ ਕਿ ਮੈਂ ਉੱਥੇ ਹੀ ਖਲੋਤਾ ਜਿੱਥੋਂ ਤੁਰਿਆ ਸਾਂ। ਫਿਰ ਮੈਂ ਸਾਰਾ ਦਿਨ ਤੁਰਦਾ ਕਿੱਥੇ ਰਿਹਾ ਹਾਂ? ਸਾਰਾ ਦਿਨ ਤੁਰਦਾ ਰਿਹਾ। ਉਹ ਨਾ, ਇੱਕ ਤੁਸੀਂ ਵੇਖਿਆ ਹੋਣਾ, ਇੱਕ ਵੀਡੀਓ ਬਣਾਇਆ ਤਾਂ ਉਹਨਾਂ ਨੇ ਚੁਟਕਲਾ ਹੀ ਹੈ, ਕੋਈ ਨਸ਼ੇ ਕੀਤੇ ਹੋਏ ਬੰਦੇ ਨੇ ਦੋ ਤਿੰਨ, ਤੇ ਉਹ 3 ਵੀਲਰ ਵਾਲੇ ਨੂੰ ਕਹਿੰਦੇ ਨੇ ਵੀ ਸਾਨੂੰ ਫਲਾਂ ਜਗ੍ਹਾ ਦੇ ਉੱਤੇ ਛੱਡ ਦੇ। ਤੇ ਉਹ ਕਹਿੰਦਾ ਠੀਕ ਹੈ, ਕਹਿੰਦਾ ਕਿੰਨੇ ਪੈਸੇ ਲਓਗੇ? ਉਹ ਕਹਿੰਦਾ 100 ਰੁਪਇਆ। ਉਹ 100 ਨੂੰ ਫੜਾ ਦਿੰਦੇ ਨੇ, ਤੇ ਉਹ ਬੰਦਾ ਵੇਖ ਰਿਹਾ ਤੇ ਨਸ਼ੇ ਵਿੱਚ ਨੇ, ਇਹਨਾਂ ਨੂੰ ਕੀ ਪਤਾ ਵੀ ਕਿੱਥੇ ਜਾਣਾ, ਤੇ ਥੋੜੀ ਕੁ ਦੇਰ ਸਕੂਟਰ ਨੂੰ ਰੇਸ ਦੇ ਕੇ ਬੰਦ ਕਰ ਦਿੰਦਾ ਤੇ ਕਹਿੰਦਾ ਲਓ ਵੀ ਤੁਸੀਂ ਉੱਤਰ ਜਾਓ, ਪਹੁੰਚ ਗਏ ਹੋ। ਤੇ ਉਹ ਨਸ਼ੇ ਵਿੱਚ ਹੁੰਦੇ ਨੇ, ਤੇ ਉਹਨਾਂ ਦੇ ਵਿੱਚੋਂ ਉਤਰ ਕੇ ਇੱਕ ਜਣਾ 3 ਵੀਲਰ ਵਾਲੇ ਨੂੰ 2-3 ਚਪੇੜਾ ਮਾਰਦਾ, ਹੌਲੀ ਚਲਾਇਆ ਕਰ, ਇੰਨੀ ਤੇਜ਼ ਨਾ ਚਲਾਇਆ ਕਰ, ਹੌਲੀ ਚਲਾਇਆ ਕਰ, ਐਕਸੀਡੈਂਟ ਹੋ ਜਾਏਗਾ। ਹੁਣ ਨਹੀਂ ਨਾ, ਨਸ਼ੇ ਦੇ ਵਿੱਚ ਬੰਦਾ ਪਤਾ ਹੀ ਨਹੀਂ ਕਿੱਥੇ ਜਾਏਗਾ ਬੰਦਾ, ਜਿਹਨੂੰ ਸੂਝ ਨਹੀਂ, ਜਿਹਨੂੰ ਸਮਝ ਨਹੀਂ। ਹੁਣ ਬੰਦਾ ਤੁਰਿਆ ਜਾ ਰਿਹਾ ਹੈ, ਲੇਕਿਨ ਪਹੁੰਚੇਗਾ ਕਿੱਥੇ? ਅਸੀਂ ਜ਼ਿੰਦਗੀ ਵਿੱਚ ਤੁਰੇ ਜਾ ਰਹੇ ਹਾਂ, ਕਿੰਨੇ ਸਾਰੇ ਬੰਦਾ ਕਰਮ ਕਰਦਾ ਹੈ, ਪਰ ਪਹੁੰਚੇ ਕਿੱਥੇ? ਹੁਣ ਪਹੁੰਚੇ ਤੇ ਕਿਤੇ ਵੀ ਨਹੀਂ, ਕਿਉਂਕਿ ਮੰਜ਼ਿਲ ਨਹੀਂ ਹੈ ਨਾ ਕੋਈ। ਤਾਂ ਗੋਲ ਹੋਣਾ ਚਾਹੀਦਾ ਹੈ, ਜੋ ਮੈਂ ਰੋਜ਼ ਬੇਨਤੀ ਕਰ ਰਿਹਾ ਕਿ ਸਾਡੀ ਮਾਨਸਿਕਤਾ ਕੈਸੀ ਹੋਵੇ। ਕੋਈ ਤਾਂ ਬੰਦਾ ਗੋਲ ਤਾਂ ਬਣਾਏ ਕਿ ਮੇਰੀ ਸੋਚ ਐਵੇਂ ਦੀ ਚਾਹੀਦੀ, ਮੇਰਾ ਬੌਧਿਕ ਤਲ ਕੈਸਾ ਹੋਵੇ, ਮੈਂ ਸਰੀਰਕ ਤੌਰ ਤੇ ਮੇਰਾ ਗੋਲ ਕੀ ਹੈ, ਬਿਹੇਵੀਅਰ ਮੇਰਾ कैसा होना चाहिए है, शब्दावली मेरी कैसी होवे, फैमिली लाइफ में कैसी चाहता, राजनीतिक धार्मिक आर्थिक समाजिक तौर ते मेरा की गोल है। गोल तो कोई है ही नहीं है, ते जिहदा गोल नहीं ਉਹਨੂੰ ਟਿਕਾਣਾ ਕੀ ਮਿਲੇਗਾ? ਉਹ ਭਟਕੇਗਾ ਨਾ। ਗੁਰੂ ਜੀ ਨੇ ਸਾਨੂੰ ਗੋਲ ਦਿੱਤਾ ਹੈ ਸਚਿਆਰ ਹੋਣ ਦਾ, ਕਿ ਉਹ ਸਚਿਆਰਾ ਹੋਈ ਹੈ, ਮਨ ਬਚਨ ਔਰ ਕਰਮ ਕਰਕੇ ਸੱਚੇ ਹੋਣਾ ਸੀ, ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੀਆਂ ਕਰਨਾ ਸੀ। ਪਰ ਆਪ ਖੁਦਰਾ ਮਨੁੱਖ, ਉਹਨੇ ਆਪਣੀ ਜ਼ਿੰਦਗੀ ਦਾ ਇਹ ਗੋਲ ਨਹੀਂ ਬਣਾਇਆ। ਮਨ ਦੇ ਪਿੱਛੇ ਤੁਰਨ ਵਾਲੇ ਨੂੰ ਕਦੇ ਮੰਜ਼ਿਲ ਨਹੀਂ ਮਿਲਦੀ। ਫਿਰ ਦਾ ਮਤਲਬ ਮੁੜ ਮੁੜ ਕੇ, ਆਵੇ ਜਾਈ ਦਾ ਮਤਲਬ ਉਹ ਭਟਕਦਾ ਰਹਿੰਦਾ ਹੈ, ਹਰ ਰੋਜ਼ ਸਾਰੀ ਜ਼ਿੰਦਗੀ ਦੇ ਵਿੱਚ ਭਟਕ ਰਿਹਾ ਹੈ, ਆਪਣੇ ਅਸਲ ਮੰਤਵ ਤੋਂ ਭਟਕਿਆ ਹੋਇਆ ਹੈ। ਉਹਨੂੰ ਕਿਤੇ ਟਿਕਾਣਾ ਨਹੀਂ ਮਿਲਦਾ, ਟਿਕਾਵ ਨਹੀਂ ਮਿਲਦਾ, ਸ਼ਾਂਤੀ ਨਹੀਂ ਮਿਲਦੀ। ਜੋ ਤਿਸ ਭਾਵੈ ਸੋ ਥੀਐ, ਸਭ ਚਲੇ ਰਜ਼ਾਈ। ਜੱਜੇ ਦੇ ਪੈਰ ਥੱਲੇ ਬਿੰਦੀ ਲਾ ਕੇ ਬੋਲਣਾ ਹੈ ਰਜ਼ਾਈ, ਰਜਾ ਨਹੀਂ ਰਜ਼ਾਈ। ਰਜ਼ਾਈ ਦਾ ਮਤਲਬ ਹੁਕਮ ਵਿੱਚ, ਰਜਾ ਵਿੱਚ। ਜੋ ਤਿਸ ਭਾਵੈ ਸੋ ਥੀਐ, ਜੋ ਪ੍ਰਭੂ ਨੂੰ ਭਾਉਂਦਾ ਹੈ ਉਹ ਹੀ ਹੁੰਦਾ ਹੈ। ਸਭ ਚਲੇ ਰਜ਼ਾਈ ਦਾ ਮਤਲਬ ਸਾਰੀ ਸ੍ਰਿਸ਼ਟੀ ਰਜਾ ਦੇ ਅੰਦਰ ਚੱਲ ਰਹੀ ਹੈ, ਜੋ ਪ੍ਰਭੂ ਨੂੰ ਹੁੰਦਾ ਹੈ ਉਹ ਹੀ ਵਾਪਰਦਾ ਹੈ, ਰਜਾ ਤੋਂ ਬਾਹਰ ਨਹੀਂ। ਇਹ ਗੱਲ ਸਮਝਣ ਵਾਲੀ ਹੈ। ਵੈਸੇ ਆਪਾਂ ਇਸ ਬਾਰੇ ਕਾਫੀ ਵਿਚਾਰਾਂ ਕਰ ਚੁੱਕੇ ਹਾਂ ਕਿ ਹਰ ਚੀਜ਼ ਹੁਕਮ ਵਿੱਚ ਹੈ, ਰਜਾ ਦਾ ਮਤਲਬ ਸਿਸਟਮ ਵਿੱਚ ਹੈ। ਹੁਣ ਦੇਖੋ, ਇਹ ਸਿਸਟਮ ਹੀ ਹੈ, ਇੱਕ ਰਜਾ ਹੀ ਹੈ, ਪਾਣਾ ਹੀ ਹੈ ਕਿ ਜਿਹੜਾ ਬੰਦਾ ਆਪਣਾ ਗੋਲ ਨਿਸ਼ਚਿਤ ਨਹੀਂ ਕਰੇਗਾ ਤੇ ਉਹ ਜੇ ਤੁਰਿਆ ਫਿਰੇਗਾ ਤਾਂ ਤੁਰਿਆ ਹੀ ਫਿਰੇਗਾ ਨਾ, ਪਹੁੰਚੇਗਾ ਕਿਤੇ ਵੀ ਨਹੀਂ। ਸਿਸਟਮ ਹੈ ਨਾ, ਇਹ ਨਿਯਮ ਹੈ ਨਾ ਇਹ, ਕਿ ਜੇ ਗੋਲ ਨਹੀਂ ਤੇ ਬਿਨਾਂ ਗੋਲ ਤੋਂ ਤੁਰੋਗੇ ਤੇ ਤੁਰੇ ਫਿਰੋਗੇ, ਪਹੁੰਚੋਗੇ ਕਿਤੇ ਨਹੀਂ। ਤੇ ਦੂਜੇ ਪਾਸੇ ਇਹ ਵੀ ਸਿਸਟਮ ਹੈ ਕਿ ਜਿਸਨੇ ਆਪਣਾ ਕੋਈ ਡੈਸਟੀਨੇਸ਼ਨ ਤੈਅ ਕੀਤਾ ਹੈ ਔਰ ਉਸ ਡਾਇਰੈਕਸ਼ਨ ਵੱਲ ਜਾ ਰਿਹਾ ਹੈ, ਉਹ ਬੰਦਾ ਉੱਥੇ ਪਹੁੰਚ ਜਾਏਗਾ।
ਇਹ ਵੀ ਸਿਸਟਮ ਹੈ ਕਿ ਜੇ ਡਾਇਰੈਕਸ਼ਨ ਗਲਤ ਹੈ, ਆਪਣੇ ਡੈਸਟੀਨੇਸ਼ਨ ਤੋਂ ਉਲਟ ਦਿਸ਼ਾ ਵੱਲ ਚੱਲ ਰਿਹਾ ਹੈ, ਤਾਂ ਇਹ ਸਿਸਟਮ ਦੇ ਅੰਦਰ ਹੀ ਹੈ ਕਿ ਉਹ ਡੈਸਟੀਨੇਸ਼ਨ ਤੇ ਕਦੇ ਨਹੀਂ ਪਹੁੰਚੇਗਾ। ਇਸ ਲਈ ਸੁੱਖ ਦੁੱਖ ਮਾਨ ਅਪਮਾਨ ਇਹ ਸਭ ਸਿਸਟਮ ਦੇ ਵਿੱਚ ਹੈ। ਜੇ ਮਾਨ ਪਾਣਾ ਚਾਹੁੰਦੇ ਹਾਂ ਤਾਂ ਉਹਦੇ ਵਾਸਤੇ ਸਿਸਟਮ ਹੈ ਕਿ ਸਾਡੇ ਬੋਲ ਪਿਆਰੇ ਹੋਣ, ਸਾਡਾ ਬਿਹੇਵੀਅਰ ਪਿਆਰਾ ਹੋਵੇ, ਅਸੀਂ ਲੋਕਾਂ ਦੀ ਹੈਲਪ ਕਰਦੇ ਹੋਈਏ, ਅਸੀਂ ਉੱਚੇ ਸੁੱਚੇ ਆਚਰਨ ਵਾਲੇ ਹੋਈਏ, ਸਾਡੀ ਕਿਰਤਕਾਰ ਇਮਾਨਦਾਰੀ ਵਾਲੀ ਹੋਵੇ ਤਾਂ ਮਾਨ ਮਿਲੇਗਾ। ਇਹ ਸਿਸਟਮ ਹੈ। ਤੇ ਜਿਹੜਾ ਬੰਦਾ ਕਰੈਕਟਰਲੈਸ ਹੈ, ਚੋਰ ਹੈ, ਠੱਗ ਹੈ, ਬੇਈਮਾਨ ਹੈ, ਡਰੱਗੀ ਹੈ, ਤਾਂ ਇਹ ਸਿਸਟਮ ਹੈ, ਉਹਨੂੰ ਮਾਨ ਨਹੀਂ ਮਿਲੇਗਾ। ਇਹਦੇ ਵਿੱਚ ਕਿਸੇ ਦਾ ਦੋਸ਼ ਨਹੀਂ ਜੇ ਕੋਈ ਮਾਨ ਨਹੀਂ ਦੇ ਰਿਹਾ ਤਾਂ। ਇਸ ਲਈ ਸਾਨੂੰ ਸਿਸਟਮ ਨੂੰ ਫੋਲੋ ਕਰਨਾ ਚਾਹੀਦਾ ਹੈ, ਰਜ਼ਾ ਦੇ ਵਿੱਚ ਤੁਰਨਾ ਚਾਹੀਦਾ ਹੈ, ਸਹੀ ਰੱਬੀ ਹੁਕਮ ਦੀ ਅਸੀਂ ਸਹੀ ਪਾਲਣਾ ਕਰੀਏ, ਅਸੀਂ ਇਸ ਸਿਸਟਮ ਨੂੰ ਸਹੀ ਢੰਗ ਦੇ ਨਾਲ ਯੂਜ਼ ਕਰੀਏ। ਜੋ ਪ੍ਰਭੂ ਨੂੰ ਭਾਉਂਦਾ ਹੈ ਉਹੀ ਹੁੰਦਾ ਹੈ, ਭਾਵ ਕਿ ਹਰ ਚੀਜ਼ ਕੁਦਰਤੀ ਨਿਯਮਾਂ ਦੇ ਅੰਦਰ ਹੈ, ਨਿਯਮਾਂ ਤੋਂ ਬਾਹਰ ਕੁਝ ਨਹੀਂ ਹੋ ਸਕਦਾ। ਇਸ ਲਈ ਜੇ ਤੁਸੀਂ ਰੱਬੀ ਰਜ਼ਾ ਵਿੱਚ ਚੱਲ ਕੇ ਪ੍ਰਭੂ ਨੂੰ ਜੇ ਪਾਣਾ ਚਾਹੁੰਦੇ ਹੋ ਤਾਂ ਉਹਦੇ ਵਾਸਤੇ ਨੇਮ ਹੈ ਕਿ ਗੁਰਮੁਖ ਲਾਲੋ ਲਾਲ ਹੈ, ਵਿਕਾਰਾਂ ਦਾ ਤਿਆਗ ਕਰਨਾ ਪਵੇਗਾ, ਇਹ ਨੇਮ ਹੈ। ਤੇ ਦੂਜਾ ਇਹ ਨੇਮ ਹੈ ਕਿ ਜੇ ਕੋਈ ਵਿਕਾਰਾਂ ਦੇ ਨਾਲ ਜੁੜਿਆ ਰਹੇਗਾ ਤਾਂ ਉਹਦੀ ਜ਼ਿੰਦਗੀ ਤਬਾਹ ਹੋਏਗੀ। ਸ਼ਲੋਕ ਮਹਿਲਾ ਤੀਜਾ। ਸੂਹੈ ਵੇਸ਼ ਕਾਮਣ ਕੁਲਖਣੀ, ਜੋ ਪ੍ਰਭ ਛੋੜ ਪਰ ਪੁਰਖ ਧਰੇ ਪਿਆਰ। ਕੁਲਖਣੀ ਦਾ ਮਤਲਬ ਭੈੜੇ ਲੱਛਣਾਂ ਵਾਲੀ, ਕਾਮਣ ਦਾ ਮਤਲਬ ਇਸਤਰੀ, ਔਰ ਸੂਹੈ ਵੇਸ਼ ਦਾ ਮਤਲਬ ਵਿਕਾਰਾਂ ਦੇ ਨਾਲ ਪਿਆਰ ਕਰਨ ਵਾਲੀ। ਹੁਣ ਇੱਥੇ ਮਿਸਾਲ ਲੈ ਰਹੇ ਨੇ ਕਿ ਜਿਵੇਂ ਕੋਈ ਔਰਤ ਹੈ, ਬੜਾ ਸੁੰਦਰ ਉਹਨੇ ਵੇਸ਼-ਭੂਸ਼ਾ ਪਾਈ ਹੈ, ਪਰ ਉਹਦੇ ਲੱਛਣ ਮਾੜੇ ਨੇ, ਬੋਲ ਬਾਣੀ ਮਾੜੀ ਹੈ, ਕਿਸੇ ਹੋਰ ਪੁਰਸ਼ ਦੇ ਨਾਲ ਉਹਦਾ ਸੰਗ ਹੈ, ਤਾਂ ਉਹਨੂੰ ਮਾਣ ਆਦਰ ਨਹੀਂ ਮਿਲੇਗਾ, ਉਹਦਾ ਘਰ ਤਬਾਹ ਹੋਏਗਾ। ਇਹ ਆਮ ਗੱਲ ਹੈ। ਇਸੇ ਤਰ੍ਹਾਂ ਬੰਦਾ ਜੇ ਕੱਪੜੇ ਟਾਕੀ ਚੰਗੇ ਨੇ ਪਰ ਲੱਛਣ ਮਾੜੇ ਨੇ ਤਾਂ ਘਰ ਤਬਾਹ ਹੋਏਗਾ। ਇਸੇ ਤਰ੍ਹਾਂ ਇਹਨਾਂ ਮਿਸਾਲਾਂ ਨੂੰ ਸਾਹਮਣੇ ਰੱਖਦਿਆਂ ਹੋਇਆਂ ਸੂਹੈ ਵੇਸ਼ ਦਾ ਮਤਲਬ ਜਿਨ੍ਹਾਂ ਨੇ ਬਾਹਰੋਂ ਧਾਰਮਿਕ ਪਹਿਨਾਵੇ ਪਹਿਨੇ ਹੋਏ ਨੇ, ਲੇਕਿਨ ਉਹਨਾਂ ਦਾ ਮਨ ਜਿਹੜਾ ਹੈ ਮਾੜਾ ਹੈ। ਕਾਮਣ ਦਾ ਮਤਲਬ ਜੀਵ ਇਸਤਰੀ, ਕੁਲਖਣੀ ਦਾ ਮਤਲਬ ਲੱਛਣ ਭੈੜੇ ਨੇ। ਵੇਸ਼-ਭੂਸ਼ਾ ਬਹੁਤ ਚੰਗੀ ਹੈ, ਲੱਛਣ ਮਾੜੇ ਨੇ। ਬਾਹਰੋਂ ਧਾਰਮਿਕ ਪਹਿਨਾਵਾ ਪਹਿਨਿਆ ਹੈ, ਧਾਰਮਿਕ ਚਿੰਨ੍ਹ ਧਾਰਨ ਕੀਤੇ ਹੋਏ ਨੇ, ਵੇਸ਼-ਭੂਸ਼ਾ ਧਾਰਮਿਕ ਬੰਦਿਆਂ ਵਾਲੀ ਹੈ, ਪਰ ਲੱਛਣ ਮਾੜੇ ਨੇ, ਕਰੈਕਟਰ ਮਾੜਾ ਹੈ, ਈਰਖਾ ਦਵੇਸ਼ ਹੈ, ਲੋਕਾਂ ਨੂੰ ਇਮੋਸ਼ਨਲ ਬਲੈਕਮੇਲ ਕਰਨਾ, ਅੰਧ ਵਿਸ਼ਵਾਸ ਫੈਲਾਣੇ, ਪ੍ਰਭ ਛੋੜ ਤੇ ਰੱਬ ਨੂੰ ਛੱਡ ਕੇ ਪਰ ਪੁਰਖ ਧਰੇ ਪਿਆਰ, ਕਿਸੇ ਹੋਰ ਦੇ ਨਾਲ ਪਿਆਰ, ਦੇਵੀਆਂ ਦੇਵਤੇ, ਮੜੀਆਂ ਕਬਰਾਂ, ਬਾਬੇ, ਸਰਾਧ, ਭੂਤ ਪ੍ਰੇਤ, ਪਿਆਰ ਇਹਨਾਂ ਦੇ ਨਾਲ, ਤੇ ਧਾਰਮਿਕ ਪਹਿਨਾਵਾ, ਵਿਕਾਰਾਂ ਦੇ ਨਾਲ ਪਿਆਰ। ਐਸੇ ਬੰਦੇ ਦੇ ਅੰਦਰ ਆਤਮਿਕ ਜੀਵਨ ਕਿਵੇਂ ਪ੍ਰਫੁੱਲਤ ਹੋਏਗਾ? ਐਸੇ ਬੰਦੇ ਦੇ ਅੰਦਰ ਇਨਸਾਨੀਅਤ ਕਿਵੇਂ ਪੈਦਾ ਹੋਏਗੀ? ਐਸਾ ਇਨਸਾਨ ਕਿਵੇਂ ਇਸ ਸਮਾਜ ਨੂੰ ਚੰਗਾ ਬਣਾ ਸਕੇਗਾ? ਐਸੇ ਇਨਸਾਨ ਦੇ ਘਰ ਪਰਿਵਾਰ ਵਿੱਚ ਜਾਂ ਗ੍ਰਸਤੀ ਜ਼ਿੰਦਗੀ ਵਿੱਚ ਕਿਵੇਂ ਸ਼ਾਂਤੀ ਆ ਜਾਏਗੀ? ਜਿਸ ਦਾ ਵੇਸ਼ ਬੜਾ ਚੰਗਾ ਹੈ ਪਰ ਪਿਆਰ ਉਹਦਾ ਵਿਕਾਰਾਂ ਨਾਲ ਹੈ, ਲੱਛਣ ਉਹਦੇ ਮਾੜੇ ਨੇ, ਰੱਬੀ ਰਜ਼ਾ ਦੇ ਵਿੱਚ ਤੁਰਨਾ ਛੱਡ ਦਿੱਤਾ ਹੈ ਤੇ ਹੋਰ ਪਾਸੇ ਤੁਰਿਆ ਫਿਰਦਾ ਹੈ। ਉਸ ਸੀਲ ਨਾ ਸੰਜਮ ਸਦਾ ਝੂਠ ਬੋਲੇ, ਮਨਮੁਖ ਕਰਮ ਖੁਆਰ। ਉਹ ਔਰਤ ਜਿਸ ਦੀ ਵੇਸ਼-ਭੂਸ਼ਾ ਬੜੀ ਚੰਗੀ ਹੈ ਪਰ ਪੁਰਖ ਦੇ ਨਾਲ ਪਿਆਰ ਹੈ। ਸੀਲ ਦਾ ਮਤਲਬ ਚੰਗਾ ਆਚਰਨ ਨਹੀਂ, ਸੰਜਮ ਦਾ ਮਤਲਬ ਬੰਦਸ਼ ਵਿੱਚ ਤੁਰਨਾ ਨਹੀਂ ਆਉਂਦਾ, ਜੀਵਨ ਜੁਗਤ ਚੰਗੀ ਨਹੀਂ, ਜੋ ਹਮੇਸ਼ਾ ਝੂਠ ਬੋਲਦੀ ਹੈ। ਐਸੀ ਔਰਤ ਨੂੰ ਜਾਂ ਐਸੇ ਬੰਦੇ ਨੂੰ ਮਾਣ ਮਿਲੇਗਾ? ਤਾਂ ਗੁਰੂ ਜੀ ਕਹਿੰਦੇ ਨੇ ਜੋ ਵਿਕਾਰਾਂ ਵਿੱਚ ਖਚਤ ਹੈ, ਬਾਹਰੀ ਪਹਿਨਾਵਾ ਉਹਦਾ ਧਾਰਮਿਕ ਹੈ, ਵਿਖਾਵੇ ਦੇ ਧਾਰਮਿਕ ਕਰਮ ਵੀ ਕਰਦਾ ਹੈ, ਉਹਦਾ ਨਾਂ ਤੇ ਚੰਗਾ ਆਚਰਨ ਹੈ, ਨਾ ਹੀ ਉਹਦੀ ਜੀਵਨ ਦੀ ਜੁਗਤ ਚੰਗੀ ਹੈ, ਜੀਵਨ ਦਾ ਢੰਗ ਚੰਗਾ ਹੈ, ਸਦਾ ਝੂਠ ਬੋਲਦਾ ਹੈ, ਮਨਮੁਖ ਕਰਮ ਕਰੇ, ਆਪ ਹੁਦਰੇ ਕਰਮ ਕਰਦਾ ਹੈ। ਖੁਆਰ ਦਾ ਮਤਲਬ ਐਸਾ ਬੰਦਾ ਖੁਆਰ ਹੁੰਦਾ, ਦੁਖੀ ਹੁੰਦਾ, ਔਰ ਕੱਲਾ ਆਪ ਖੁਆਰ ਨਹੀਂ ਹੁੰਦਾ, ਉਹ ਲੋਕਾਂ ਨੂੰ ਵੀ ਖੁਆਰ ਕਰਦਾ ਹੈ। ਤਾਂ ਜਿਸ ਇਨਸਾਨ ਦਾ ਧਾਰਮਿਕ ਪਹਿਨਾਵਾ ਬੇਸ਼ੱਕ ਪਹਿਨਿਆ ਹੋਵੇ, ਦੇਖ ਉਹਦੀ ਧਾਰਮਿਕ ਲੋਕਾਂ ਵਾਲੀ ਹੋਵੇ, ਪਰ ਜੇ ਉਹਦੇ ਅੰਦਰ ਚੰਗਾ ਉਹਦਾ ਆਚਰਨ ਨਹੀਂ ਹੈ, ਜੀਵਨ ਦਾ ਢੰਗ ਚੰਗਾ ਨਹੀਂ ਹੈ,
ਹਮੇਸ਼ਾ ਉਹ ਝੂਠ ਬੋਲਦਾ ਹੈ, ਆਪ ਉਦਰੇ ਕਰਮ ਕਰਦਾ ਹੈ, ਤਾਂ ਐਸਾ ਹਰ ਇਨਸਾਨ ਖੁਆਰ ਹੋਏਗਾ। ਉਹ ਕਰਮ ਉਹਦੇ ਖੁਆਰੀ ਦਾ ਕਾਰਨ ਬਣਨਗੇ। ਜਿਸ ਪੂਰਬ ਹੋਵੇ ਲਿਖਿਆ ਤੇ ਸਤਿਗੁਰ ਮਿਲੇ ਪਧਾਰ। ਪਧਾਰ ਦਾ ਮਤਲਬ ਇੱਥੇ ਹੈ ਰਾਖਾ, ਪੂਰਬ ਦਾ ਮਤਲਬ ਪਹਿਲਾਂ ਤੋਂ, ਲਿਖਿਆ ਦਾ ਮਤਲਬ ਲਿਖਿਆ ਹੋਇਆ ਲੇਖ। ਇਸ ਬਾਰੇ ਆਪਾਂ ਬਹੁਤ ਲੰਬੀ ਚੌੜੀ ਵਿਚਾਰ ਪਹਿਲਾਂ ਕਰ ਚੁੱਕੇ ਹਾਂ, ਲੇਕਿਨ ਫਿਰ ਵੀ ਥੋੜਾ ਜਿਹਾ ਦੁਹਰਾਉਣਾ ਹੋਵੇਗਾ ਕਿਉਂਕਿ ਸ਼ਬਦ ਇੱਥੇ ਹੈ ਔਰ ਫਿਰ ਹੋਰ ਵੀਰਾਂ ਭੈਣਾਂ ਨੇ ਵੀ ਸੁਣਨਾ ਹੁੰਦਾ ਹੈ। ਪੂਰਬ ਲਿਖੇ ਦਾ ਮਤਲਬ ਜੋ ਅਸੀਂ ਸੋਚਦੇ ਹਾਂ, ਜੋ ਅਸੀਂ ਬੋਲਦੇ ਹਾਂ, ਜੋ ਅਸੀਂ ਕਰਮ ਕਰਦੇ ਹਾਂ, ਉਹ ਸਾਡੇ ਅੰਦਰ ਸੰਸਕਾਰ ਪੈਦਾ ਹੋਈ ਜਾਂਦੇ ਨੇ, ਚਾਹੇ ਉਹ ਨੈਗੇਟਿਵ ਨੇ ਜਾਂ ਪੋਜ਼ਿਟਿਵ ਨੇ, ਇਹ ਇੱਕ ਵੱਖਰੀ ਗੱਲ ਹੈ। ਜਿਹੋ ਜਿਹਾ ਸਾਡੇ ਅੰਦਰ ਨਿਊਰੋਨਲ ਪੈਟਰਨ ਬਣ ਜਾਂਦਾ ਹੈ, ਸੁਭਾਅ ਬਣ ਜਾਂਦਾ ਹੈ, ਆਦਤਾਂ ਬਣ ਜਾਂਦੀਆਂ ਨੇ, ਫਿਰ ਉਹਨਾਂ ਆਦਤਾਂ ਮੁਤਾਬਕ ਉਹ ਬੰਦਾ ਜ਼ਿੰਦਗੀ ਜੀਵੀ ਜਾਂਦਾ ਹੈ। ਤੇ ਗੁਰੂ ਜੀ ਨੇ ਐਸੇ ਜੋ ਮਾੜੀਆਂ ਆਦਤਾਂ ਵਾਲੇ ਨੇ ਨਾ, ਉਹਨਾਂ ਵਾਸਤੇ ਦੋ ਤਿੰਨ ਮਿਸਾਲਾਂ ਲੈ ਕੇ ਸਾਨੂੰ ਸਮਝਾਇਆ। ਆਪਣਾ ਆਪ ਤੂੰ ਕਬਹੁ ਨਾ ਛੋੜਸ ਪਿਸਨ ਪ੍ਰੀਤ ਜਿਉ ਰੇ, ਕਿ ਤੂੰ ਆਦਤਾਂ ਐਸੀਆਂ ਬਣਾ ਲਈਆਂ ਨੇ, ਚਿੱਚੜ ਜਿਹੜਾ ਹੈ ਮੱਝ ਦੇ ਥਣ ਤੇ ਲੱਗਾ ਹੈ, ਕੱਟੀ ਕੱਟਾ ਉਥੋਂ ਦੁੱਧ ਪੀਂਦਾ ਹੈ, ਪਰ ਉਹ ਚਿੱਚੜ ਖੂਨ ਪੀਂਦਾ ਹੈ, ਉਹ ਤਾਂ ਕੁਦਰਤੀ ਹੈ ਨਾ ਉਹਦਾ। ਤਾਂ ਗੁਰੂ ਜੀ ਉੱਥੇ ਇੱਕ ਮਿਸਾਲ ਲੈ ਰਹੇ ਨੇ ਕਿ ਇਸੇ ਤਰ੍ਹਾਂ ਇਸ ਸੰਸਾਰ ਦੇ ਅੰਦਰ ਸ਼ੁਭ ਗੁਣਾਂ ਦਾ, ਇਨਸਾਨੀਅਤ ਦਾ ਦੁੱਧ ਹੈ। ਇਸ ਸੰਸਾਰ ਦੇ ਅੰਦਰ ਪਿਆਰ, ਮੁਹੱਬਤ ਆਦਿਕ ਜੋ ਸ਼ੁਭ ਗੁਣ ਨੇ, ਇਹ ਅੰਮ੍ਰਿਤ ਹੈ। ਲੇਕਿਨ ਤੂੰ ਲੋਕਾਂ ਦਾ ਖੂਨ ਪੀ ਰਿਹਾ ਹੈ, ਬੇਗਾਨੇ ਹੱਕ ਖਾ ਰਿਹਾ ਹੈ, ਵਿਕਾਰ ਕਮਾ ਰਿਹਾ, ਆਦਤ ਬਣਾ ਲਈ ਨਾ, ਬੰਦਾ ਨਹੀਂ ਛੱਡਦਾ। ਦੂਜੀ ਮਿਸਾਲ ਲਈ ਮੈਂਡਕ ਦੀ, ਦਾਦਰ ਤੂੰ ਕਭੈ ਨਾ ਜਾਣਸ ਰੇ, ਪਖਸ ਸਿਬਾਲ ਬਸਸ ਨਿਰਮਲ ਜਲ ਅੰਮ੍ਰਿਤ ਨਾ ਲਖਸ ਰੇ, ਕਿ ਜਿਵੇਂ ਮੈਂਡਕ ਛੱਪੜ ਦੇ ਅੰਦਰ ਰਹਿੰਦਾ ਗੰਦਗੀ ਖਾਂਦਾ ਹੈ, ਕਮਲ ਦੇ ਫੁੱਲ ਦੇ ਬਿਲਕੁਲ ਨਾਲ ਹੈ, ਪਰ ਉਹਦੀ ਸਾਰ ਨਹੀਂ ਜਾਣਦਾ। ਇਸੇ ਤਰ੍ਹਾਂ ਜੋ ਵਿਕਾਰੀ ਕਰਮ ਕਰਨ ਵਾਲਾ ਬੰਦਾ ਹੈ, ਇਸ ਸੰਸਾਰ ਦੇ ਅੰਦਰ ਰਹਿੰਦਾ ਵਿਸ਼ੇ ਵਿਕਾਰਾਂ ਦੀ ਗੰਦਗੀ ਖਾਂਦਾ ਹੈ, ਸੱਚ, ਦਇਆ, ਧਰਮ ਦੇ ਕਮਲ ਦੇ ਫੁੱਲ ਦੇ ਨੇੜੇ ਨਹੀਂ ਜਾਂਦਾ। ਤੀਜੀ ਮਿਸਾਲ ਗੁਰੂ ਜੀ ਨੇ ਕੁੱਤੇ ਦੀ ਪੂਛ ਦੀ ਲਈ ਹੈ। ਆਪਣਾ ਆਪ ਤੂੰ ਕਬਹੁ ਨਾ ਛੋੜਸ ਸਵਾਨ ਪੂਛ ਜਿਉ ਰੇ। ਸਵਾਨ ਦਾ ਮਤਲਬ ਕੁੱਤਾ। ਤੂੰ ਕੁੱਤੇ ਦੀ ਪੂਛ ਦੀ ਤਰ੍ਹਾਂ, ਜਿਵੇਂ ਉਹ ਟੇਢੀ ਹੈ, ਕਦੀ ਸਿੱਧੀ ਨਹੀਂ ਹੁੰਦੀ, ਐਵੇਂ ਤੂੰ ਵੀ ਕਦੇ ਸਿੱਧਾ ਨਹੀਂ ਹੁੰਦਾ। ਤੂੰ ਆਪਣੀ ਆਦਤ ਬਣਾ ਲਈ ਹੈ ਨਾ, ਚਲਤ ਕਤ ਟੇਢੇ ਟੇਢੇ ਟੇਢੇ। ਤਾਂ ਜਦੋਂ ਬੰਦਾ ਮਾੜੀਆਂ ਆਦਤਾਂ ਬਣਾ ਲੈ, ਉਹਨਾਂ ਤੋਂ ਬਚਣਾ ਕਿੰਨਾ ਔਖਾ ਹੈ। ਉਹ ਉਵੇਂ ਦਾ ਜ਼ਿੰਦਗੀ ਜੀਵੀ ਜਾਂਦੇ ਨੇ। ਲੇਕਿਨ ਕੁਝ ਲੋਕ ਐਸੇ ਨੇ, ਸ਼ੁਰੂ ਤੋਂ ਹੀ ਉਹਨਾਂ ਦੇ ਅੰਦਰ ਚੰਗੇ ਸੰਸਕਾਰ ਨੇ, ਮਾਂ-ਬਾਪ ਵੱਲੋਂ ਵੀ, ਫਿਰ ਉਹਨਾਂ ਨੇ ਉਹਨਾਂ ਸੰਸਕਾਰਾਂ ਨੂੰ ਡਿਵੈਲਪ ਕੀਤਾ ਹੁੰਦਾ ਹੈ, ਤੇ ਜਿਨ੍ਹਾਂ ਦੇ ਅੰਦਰ ਚੰਗੇ ਸੰਸਕਾਰ ਸ਼ੁਰੂ ਤੋਂ ਲਿਖੇ ਹੁੰਦੇ ਨੇ ਤੇ ਸਤਿਗੁਰ ਮਿਲੇ ਪਤਾਰ, ਉਹਨਾਂ ਨੂੰ ਫਿਰ ਗੁਰੂ ਰਾਖਾ ਮਿਲ ਪੈਂਦਾ। ਉਹ ਸੰਸਕਾਰ ਅੰਦਰ ਪਨਪਦੇ ਨੇ। ਉਹ ਸਬ ਕੌਨਸ਼ੀਅਸ ਮਾਈਂਡ ਚੋਂ ਕੌਨਸ਼ੀਅਸ ਮਾਈਂਡ ਨੂੰ ਸਿਗਨਲ ਮਿਲਦਾ ਹੈ ਕਿ ਅਸੀਂ ਗੁਰਦੁਆਰਾ ਸਾਹਿਬ ਚੱਲੀਏ, ਬਾਣੀ ਪੜ੍ਹੀਏ, ਗੁਰਬਾਣੀ ਮੁਤਾਬਕ ਜ਼ਿੰਦਗੀ ਜੀਵੀਏ। ਉਹ ਗੁਰੂ ਨੂੰ ਰਾਹ ਮਿਲਦੇ ਨੇ, ਉਹਨਾਂ ਦਾ ਰਾਖਾ ਗੁਰੂ ਬਣ ਜਾਂਦਾ ਹੈ, ਉਹ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਚਲੇ ਜਾਂਦੇ ਨੇ। ਤੇ ਫਿਰ ਉਹ ਕਰਦੇ ਕੀ ਨੇ ਜਿਹੜੇ ਗੁਰੂ ਨੂੰ ਮਿਲਦੇ ਨੇ? ਸੂਹਾ ਵੇਸ਼ ਸਭ ਉਤਾਰ ਧਰੇ, ਗਲ ਪਹਿਰੇ ਖਿਮਾ ਸ਼ਿੰਗਾਰ। ਗਲ ਦਾ ਮਤਲਬ ਗਲੇ ਵਿੱਚ, ਖਿਮਾ ਦਾ ਮਤਲਬ ਮਾਫ ਕਰ ਦੇਣਾ ਔਰ ਮੁਆਫੀ ਮੰਗ ਲੈਣੀ। ਇਹ ਬਹੁਤ ਵੱਡਾ ਗੁਣ ਹੈ। ਦੇਖੋ, ਕਿਸੇ ਨੂੰ ਮੁਆਫ ਕਰਨਾ ਬਹੁਤ ਵੱਡਾ ਗੁਣ, ਔਰ ਮੁਆਫੀ ਮੰਗ ਲੈਣੀ ਵੀ ਵੱਡਾ ਗੁਣ। ਗਲਤੀ ਕਰਨੀ ਬੰਦੇ ਦੀ ਫਿਤਰਤ ਹੈ, ਔਰ ਆਪਣੀ ਗਲਤੀ ਨੂੰ ਮੰਨ ਲੈਣਾ ਇਹ ਬੰਦੇ ਦੀ ਸਿਆਣਪ ਹੈ, ਔਰ ਗਲਤੀ ਦੀ ਮੁਆਫੀ ਮੰਗ ਲੈਣੀ ਇਹ ਇਨਸਾਨੀਅਤ ਹੈ। ਮੁਆਫ ਕਰ ਦੇਣਾ ਇਹ ਰੱਬ ਦਾ ਸੁਭਾਅ ਹੈ। ਰੱਬ ਦਾ ਸੁਭਾਅ, ਰੱਬ ਵਰਗਾ ਹੈ ਉਹ ਬੰਦਾ ਜੋ ਕਿਸੇ ਦੀ ਗਲਤੀ ਨੂੰ ਮੁਆਫ ਕਰ ਦਿੰਦਾ। ਤੇ ਜੇ ਖਿਮਾ ਦੀ ਸਾਡੇ ਅੰਦਰ ਆਦਤ ਬਣ ਜਾਏ, ਮੰਨ ਲਓ ਮੇਰੇ ਤੋਂ ਗਲਤੀ ਹੋ ਗਈ ਘਰ ਵਿੱਚ, ਤਾਂ ਮੇਰੀ ਘਰ ਵਾਲੀ ਤਾਂ ਝਗੜਨ ਦੀ ਬਜਾਏ ਮੈਂ ਮੁਆਫੀ ਮੰਗ ਲਵਾਂ ਕਿ ਸੌਰੀ ਮੇਰੇ ਤੋਂ ਗਲਤੀ ਹੋ ਗਈ, ਕੀ ਪ੍ਰੋਬਲਮ। ਜੇ ਘਰ ਵਾਲੀ ਤੋਂ ਗਲਤੀ ਹੋ ਗਈ ਤੇ ਉਹ ਮਾਫੀ ਮੰਗ ਲੈ, ਮੇਰੇ ਤੋਂ ਮੁਆਫੀ ਮੰਗੇ ਮੈਂ ਮੁਆਫ ਕਰ ਦਿਆਂ, ਮੈਂ ਮੁਆਫੀ ਮੰਗਾ ਮੁਆਫ ਕਰ ਦੇ। ਬੰਦਾ ਆਪਣੇ ਆਪ ਨੂੰ ਵੀ ਮੁਆਫ ਕਰ ਦੇ। ਕਈ ਲੋਕ ਨੇ ਆਪਣੇ ਆਪ ਨੂੰ ਮੁਆਫ ਨਹੀਂ ਕਰ ਪਾਉਂਦੇ, ਪਛਤਾਵੇ ਦੇ ਅੰਦਰ ਜ਼ਿੰਦਗੀ। ਤੋਂ ਕਹਿਣ ਤੋਂ ਭਾਵ ਕਿ ਜੋ ਗੁਰੂ ਦੇ ਚਰਨਾਂ ਦੀ ਸ਼ਰਨ ਲੈਂਦਾ ਨਾ, ਸੂਹਾ ਵੇਸ਼ ਸਭ ਉਤਾਰ ਧਰੇ, ਉਹ ਵਿਕਾਰਾਂ ਵਾਲਾ ਵੇਸ਼ ਉਤਾਰ ਦਿੰਦਾ। ਉਹ ਪਹਿਨਾਵੇ ਜਿਹੜੇ ਨਾ ਵਿਖਾਵੇ ਨੂੰ ਛੱਡ ਦਿੰਦਾ ਹੈ। ਗਲ ਪਹਿਰੇ ਖਿਮਾ ਸ਼ਿੰਗਾਰ, ਤੇ ਆਪਣੇ ਗਲੇ ਦੇ ਅੰਦਰ ਖਿਮਾ ਦਾ, ਸਹਿਨਸ਼ੀਲਤਾ ਦਾ ਗਹਿਣਾ ਪਾ ਲੈ। ਸਹਿਨਸ਼ੀਲਤਾ, ਉਹਦੇ ਅੰਦਰ ਸਹਿਨਸ਼ੀਲਤਾ ਆ ਜਾਂਦੀ ਹੈ, ਔਰ ਵਿਕਾਰਾਂ ਦਾ
ਉਹ ਤਿਆਗ ਕਰ ਦਿੰਦਾ ਹੈ। ਫਿਰ ਐਸੀ ਜੀਵ ਇਸਤਰੀ ਨੂੰ ਕੀ ਮਿਲਦਾ ਹੈ? ਪਈਐ ਸਾਹੁਰੈ ਬਹੁ ਸ਼ੋਭਾ ਪਾਏ, ਤਿਸ ਪੂਜ ਕਰੇ ਸਭ ਸੰਸਾਰ। ਤੇ ਐਸੀ ਔਰਤ ਜਿਹਦੇ ਅੰਦਰ ਸਹਿਨਸ਼ੀਲਤਾ ਹੋਵੇ, ਜਿਹਦੇ ਬੋਲ ਮਿੱਠੇ ਹੋਣ, ਜਿਹਦਾ ਬਿਹੇਵੀਅਰ ਪਿਆਰਾ ਹੋਵੇ, ਜਿਸ ਦਾ ਆਚਰਨ ਉੱਚਾ ਹੋਵੇ, ਜੋ ਬਹੁਤ ਸਿਆਣੀ ਹੋਵੇ, ਫਿਰ ਉਹਨੂੰ ਪੇਕੇ ਘਰ ਦੇ ਅੰਦਰ ਵੀ ਮਾਣ ਮਿਲਦਾ ਹੈ ਤੇ ਸਹੁਰੇ ਘਰ ਵਿੱਚ ਵੀ ਮਾਣ ਮਿਲਦਾ ਹੈ। ਜੇ ਕੋਈ ਧੀ ਚੰਗੀ ਹੈ ਨਾ, ਲੋਕ ਕਹਿੰਦੇ ਨੇ ਕਿ ਫਲਾਂ ਬੰਦੇ ਦੀ ਬੇਟੀ ਜਾਂ ਪੋਤਰੀ ਵੀ ਰੱਬ ਦਾ ਰੂਪ ਹੈ, ਰੱਬ ਇਹੋ ਜਿਹੀਆਂ ਧੀਆਂ ਸਾਰਿਆਂ ਨੂੰ ਦੇਵੇ। ਜੇ ਕਿਤੇ ਉਹ ਨਾਨਕਿਆਂ ਵੱਲ ਜਾਂਦੀ ਹੈ ਤੇ ਲੋਕ ਕਹਿੰਦੇ ਨੇ ਵੀ ਫਲਾਂ ਬੰਦੇ ਦੀ ਦੋਹਤਰੀ ਆਈ ਹੈ, ਕਿੰਨੀ ਚੰਗੀ ਕੁੜੀ ਹੈ, ਰੱਬ ਇਹੋ ਜਿਹੀਆਂ ਦੋਹਤਰੀਆਂ ਧੀਆਂ ਸਭ ਨੂੰ ਦੇਵੇ। ਜੇ ਉਹ ਸਹੁਰੇ ਘਰ ਵਿੱਚ ਜਾਂਦੀ ਹੈ ਨਾ, ਤਾਂ ਉੱਥੇ ਫਿਰ ਲੋਕ ਕਹਿੰਦੇ ਨੇ ਵੀ ਕਿਆ ਬਾਤ, ਵੀ ਉਹਨਾਂ ਦੀ ਨੂੰਹ ਰੱਬ ਵਰਗੀ ਹੈ, ਕੁੜੀ ਰੱਬ ਇਹੋ ਜਿਹੀਆਂ ਧੀਆਂ ਸਾਰਿਆਂ ਨੂੰ ਦੇਵੇ, ਕਹਿੰਦੇ ਨੇ ਨਾ। ਤੇ ਜੇ ਕਿਸੇ ਬੱਚੀ ਦਾ ਸੁਭਾਅ ਮਾੜਾ ਹੈ ਤਾਂ ਪਿੰਡ ਵਿੱਚ ਵੀ ਲੋਕ ਕਹਿੰਦੇ ਨੇ ਫਲਾਂ ਬੰਦੇ ਧੀ ਉਹਨਾਂ ਦੀ ਤੇ ਚੜੇਲ ਹੈ, ਮੇਰੀ ਭੂਤਨੀ ਹੈ ਨਾ। ਤਾਂ ਗੁਰੂ ਜੀ ਕਹਿੰਦੇ ਨੇ ਜਿਹੜੀ ਜਿਵੇਂ ਔਰਤ ਦੇ ਅੰਦਰ ਦੇ ਸਹਿਨਸ਼ੀਲਤਾ ਹੈ, ਪਿਆਰ ਮੁਹੱਬਤ ਵਾਲੀ ਜ਼ਿੰਦਗੀ ਹੈ, ਉੱਚਾ ਸੁੱਚਾ ਆਚਰਨ ਹੈ, ਤਾਂ ਇਹੋ ਜਿਹੀ ਔਰਤ ਪੇਕੇ ਘਰ ਵਿੱਚ ਵੀ ਮਾਣ ਪਾਉਂਦੀ ਹੈ, ਸਹੁਰੇ ਘਰ ਵਿੱਚ ਵੀ ਮਾਣ ਪਾਉਂਦੀ। ਇੱਥੇ ਮਿਸਾਲ ਲੈ ਕੇ ਹੁਣ ਸਮਝਾ ਰਹੇ ਨੇ ਕਿ ਉਹ ਇਨਸਾਨ, ਚਾਹੇ ਉਹ ਇਸਤਰੀ ਪੁਰਸ਼ ਕੋਈ ਵੀ ਹੈ, ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਦਾ ਹੈ, ਜਿਹਦੇ ਅੰਦਰ ਸਹਿਨਸ਼ੀਲਤਾ ਆਦਿਕ ਸ਼ੁਭ ਗੁਣ ਆ ਜਾਂਦੇ ਨੇ। ਸਾਹੁਰੇ ਪਈਏ ਦਾ ਮਤਲਬ ਇੱਥੇ ਵੀ ਔਰ ਉੱਥੇ ਵੀ, ਵਰਤਮਾਨ ਵਿੱਚ ਵੀ ਔਰ ਫਿਊਚਰ ਵਿੱਚ ਵੀ, ਯਾਨੀ ਜਿੱਥੇ ਵੀ ਉਹ ਜ਼ਿੰਦਗੀ ਵਿੱਚ ਜਾਂਦਾ ਹੈ ਉਹਨੂੰ ਸ਼ੋਭਾ ਮਿਲਦੀ ਹੈ, ਸੰਸਾਰ ਉਹਦੀ ਸ਼ੋਭਾ ਕਰਦਾ ਹੈ। ਚਾਹੇ ਉਹ ਇੰਡੀਆ ਰਹੇ, ਚਾਹੇ ਉਹ ਪਾਕਿਸਤਾਨ, ਇੰਗਲੈਂਡ, ਕੈਨੇਡਾ ਰਹੇ, ਚਾਹੇ ਉਹ ਮੰਗਲ ਗ੍ਰਹਿ ਤੇ ਕੱਲ ਨੂੰ ਕਲੋਨੀਆਂ ਬਣਨ ਉੱਥੇ ਚਲਾ ਜਾਏ, ਜਿੱਥੇ ਵੀ ਜਾਏਗਾ ਉਹਦੀ ਸ਼ੋਭਾ ਹੋਏਗੀ, ਕਿਉਂਕਿ ਉਹਦੇ ਅੰਦਰ ਸ਼ੁਭ ਗੁਣ ਨੇ। ਉਹ ਰਲਾਈ ਕਿਸੇ ਦੀ ਨਾ ਰਲੇ, ਜਿਸ ਰਾਵੇ ਸਿਰਜਣਹਾਰ। ਰਾਵੇ ਦਾ ਮਤਲਬ ਮਾਣਦਾ ਹੈ, ਜਿਸ ਨੇ ਪ੍ਰਭੂ ਦੇ ਮਿਲਾਪ ਦਾ ਆਨੰਦ ਮਾਣਿਆ, ਜੋ ਜੀਵ ਇਸਤਰੀ ਰੱਬ ਦੇ ਅੰਦਰ ਮਿਲ ਗਈ ਹੈ। ਉਹ ਰਲਾਈ ਕਿਸੇ ਦੀ ਨਾ ਰਲੇ, ਜੋ ਪ੍ਰਭੂ ਦੇ ਨਾਲ ਮਿਲ ਗਈ, ਉਹ ਕਿਸੇ ਦੇ ਨਾਲ ਰਲਦੀ ਨਹੀਂ, ਉਹਦਾ ਜੀਵਨ ਨਿਰਾਲਾ ਹੁੰਦਾ ਹੈ। ਉਹਨੂੰ ਸੰਸਾਰੀਆਂ ਦੇ ਵਿੱਚ ਕਿਵੇਂ ਮਿਲਾਓਗੇ? ਕਿਵੇਂ ਕਹੋਗੇ ਕਿ ਇਹ ਫਲਾਂ ਬੰਦੇ ਵਰਗਾ ਹੈ? ਹੁਣ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਨੂੰ ਆਮ ਸਿੱਖਾਂ ਦੇ ਨਾਲ ਕਿਵੇਂ ਰਲਾ ਲੋਗੇ? ਕਿਹਦੇ ਨਾਲ ਰਲਾਓਗੇ ਉਹਨਾਂ ਨੂੰ ਕਿ ਉਹ ਫਲਾਂ ਬੰਦੇ ਵਰਗੇ ਨੇ? ਉਹਨਾਂ ਨੂੰ ਆਮ ਸੰਸਾਰੀ ਬੰਦੇ ਨਾਲ ਕੀ ਰਲਾ ਸਕਦੇ ਹੋ? ਕਿ ਗੁਰੂ ਸਾਹਿਬਾਨ ਨੇ, ਭਗਤ ਜਨ ਜਿਨ੍ਹਾਂ ਦੀ ਪਾਵਨ ਬਾਣੀ ਹੈ, ਉਹਨਾਂ ਨੂੰ ਕਿਹਨਾਂ ਦੇ ਵਿੱਚ ਮਿਲਾਓਗੇ? ਕਿ ਉਹ ਸੰਸਾਰੀਆਂ ਵਿੱਚ ਉਹਨਾਂ ਦੀ ਸੋਚ ਮਿਲੇਗੀ? ਕਦੇ ਵੀ ਨਹੀਂ। ਜਿਹੜੀਆਂ ਮੀਰ ਮੰਨੂ ਦੇ ਜੇਲ੍ਹ ਦੇ ਅੰਦਰ ਧੀਆਂ ਭੈਣਾਂ ਆਪਣੇ ਬੱਚਿਆਂ ਦੇ ਟੁਕੜੇ ਟੁਕੜੇ ਕਰਵਾ ਕੇ, ਗਲਿਆਂ ਦੇ ਹਾਰ ਬਣਾ ਕੇ ਸੱਚ ਤੇ ਅੜੀਆਂ ਹੋਈਆਂ ਨੇ, ਹਿਊਮਨ ਰਾਈਟਸ ਵਾਸਤੇ ਆਪਣੇ ਬੱਚੇ ਵੀ ਵਾਰ ਰਹੀਆਂ ਨੇ, ਉਹਨਾਂ ਦੇ ਨਾਲ ਕਿਹਨਾਂ ਨੂੰ ਰਲਾਓਗੇ? ਕਿਹਨਾਂ ਦੇ ਨਾਲ ਉਹਨਾਂ ਦੀ ਤੁਲਨਾ ਕਰੋਗੇ? ਉਹਨਾਂ ਦਾ ਜੀਵਨ ਨਿਰਾਲਾ ਹੁੰਦਾ ਹੈ, ਉਹਨਾਂ ਦਾ ਜੀਵਨ ਮਹਾਨ ਹੁੰਦਾ ਹੈ। ਉਹ ਕਿਸੇ ਦੇ ਵਿੱਚ ਵਿਕਾਰਾਂ ਆਦਿਕ ਦੇ ਵਿੱਚ ਉਹਨਾਂ ਦਾ ਜੀਵਨ ਰਲਦਾ ਨਹੀਂ ਹੈ, ਕਿਉਂਕਿ ਉਹਨਾਂ ਦਾ ਜੀਵਨ ਵੰਡਰਫੁਲ, ਉਹਨਾਂ ਦਾ ਜੀਵਨ ਹੈਰਾਨ ਕਰ ਦੇਣ ਵਾਲਾ, ਆਸ਼ਚਰਯਜਨਕ ਹੁੰਦਾ ਹੈ, ਉਹ ਮਹਾਨ ਹੁੰਦੇ। ਨਾਨਕ ਗੁਰਮੁਖ ਸਦਾ ਸੁਹਾਗਣੀ, ਜਿਸ ਅਵਿਨਾਸ਼ੀ ਪੁਰਖ ਪਰਤਾਰ। ਪਰਤਾਰ ਦਾ ਮਤਲਬ ਪਤੀ, ਮਾਲਕ। ਗੁਰਮੁਖ ਦਾ ਮਤਲਬ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲੀ, ਜਿਸ ਦੇ ਸਿਰ ਤੇ ਕਦੇ ਨਾ ਮਰਨ ਵਾਲਾ ਪ੍ਰਭੂ ਹੋਵੇ, ਜੋ ਸਦਾ ਗੁਰੂ ਦੇ ਹੁਕਮ ਵਿੱਚ ਤੁਰੇ, ਉਹ ਜੀਵ ਇਸਤਰੀ ਸਦਾ ਸੁਹਾਗ ਭਾਗ ਵਾਲੀ ਹੁੰਦੀ ਹੈ। ਉਹ ਜੀਵ, ਉਹ ਮਨੁੱਖ, ਉਹ ਇਸਤਰੀਆਂ ਪੁਰਸ਼ ਸਦਾ ਹੀ ਵਡਭਾਗੇ ਨੇ, ਮਹਾਨ ਨੇ, ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਦੇ ਨੇ, ਜਿਨ੍ਹਾਂ ਦੇ ਸਿਰ ਦੇ ਉੱਤੇ ਪ੍ਰਭੂ ਹੈ, ਭਾਵ ਜੋ ਪ੍ਰਭੂ ਦੀ ਰਜ਼ਾ ਵਿੱਚ ਜੀਵਨ ਗੁਜ਼ਾਰਦੇ ਨੇ। ਮਹਿਲਾ ਪਹਿਲਾ। ਸੂਹਾ ਰੰਗ ਸੁਪਨੇ ਨਿਸੀ, ਬਿਨ ਤਾਗੇ ਗਲ ਹਾਰ। ਨਿਸੀ ਦਾ ਮਤਲਬ ਰਾਤ, ਸੂਹਾ ਰੰਗ ਮਾਇਆ ਦਾ ਰੰਗ। ਜਿਹੜਾ ਮਾਇਆ ਦਾ ਰੰਗ ਹੈ ਨਾ, ਇਹ ਮਾਨੋ ਰਾਤ ਦਾ ਸੁਪਨਾ ਹੈ। ਤੇ ਮਾਇਆ ਦਾ ਰੰਗ ਇੰਝ ਏ ਜਿਵੇਂ ਬਿਨਾਂ ਧਾਗੇ ਤੋਂ ਹੀ ਗਲ ਦੇ ਵਿੱਚ ਹਾਰ ਪਾਇਆ ਹੋਵੇ। ਮਾਇਕ ਰੰਗ ਰਾਤ ਦੇ ਸੁਪਨੇ ਵਾਂਗ ਹੈ, ਜਾਂ ਉਸ ਹਾਰ ਵਾਂਗ ਜੋ ਧਾਗੇ ਤੋਂ ਬਿਨਾਂ ਹੀ ਗਲੇ ਵਿੱਚ ਪਿਆ ਹੋਵੇ। ਹੁਣ ਦੇਖੋ, ਧਾਗੇ ਤੋਂ ਬਿਨਾਂ ਹਾਰ ਗਲ ਵਿੱਚ ਪੈ ਸਕਦਾ? ਧਾਗਾ ਹੀ ਨਾ ਹੋਵੇ ਤੇ ਹਾਰ ਗਲ ਵਿੱਚ ਕਿਵੇਂ ਪਾਓਗੇ? ਸੁਪਨੇ ਦੇ ਜਿਹੜੇ ਪਦਾਰਥ ਨੇ, ਕੀ ਉਹ ਸੱਚੇ ਹੋ ਸਕਦੇ ਨੇ? ਸੁਪਨੇ ਵਿੱਚ ਤੁਸੀਂ ਬਾਦਸ਼ਾਹ ਬਣ ਗਏ, ਰਾਤ ਨੂੰ ਤੁਸੀਂ ਇੰਗਲੈਂਡ ਦੇ ਪ੍ਰਧਾਨ ਮੰਤਰੀ ਬਣ ਗਏ ਸੁਪਨੇ ਵਿੱਚ, ਤੇ ਸਵੇਰੇ ਕਾਰ ਲੈ ਕੇ ਜਾ ਕੇ ਵੜੋ ਵੀ ਮੈਂ ਤੇ ਜਾ ਕੇ ਕੁਰਸੀ ਤੇ ਬਹਿਣਾ, ਪ੍ਰਧਾਨ ਮੰਤਰੀ ਬਣਿਆ, ਮੈਂ ਰਾਤ ਦਾ ਤੇ ਹਾਲ ਕੀ ਹੋਏਗਾ? ਇਸੇ ਤਰ੍ਹਾਂ
ਜਿਵੇਂ ਸੁਪਨੇ ਦੇ ਪਦਾਰਥ ਝੂਠੇ ਨੇ, ਜਿਵੇਂ ਬਿਨਾਂ ਧਾਗੇ ਤੋਂ ਹਾਰ ਜਿਹੜਾ ਹੈ ਗਲ ਵਿੱਚ ਪਾਉਣ ਬਾਰੇ ਕਦੇ ਸੋਚਿਆ ਵੀ ਨਹੀਂ ਜਾ ਸਕਦਾ, ਐਵੇਂ ਜਿਹੜੇ ਵਿਕਾਰ ਨੇ ਇਹਨਾਂ ਦੇ ਵਿੱਚੋਂ ਸੁੱਖ ਵਾਸਤੇ ਕਦੇ ਸੋਚਿਆ ਵੀ ਨਹੀਂ ਜਾ ਸਕਦਾ। ਇਹਨਾਂ ਵਿਕਾਰਾਂ ਦੇ ਵਿੱਚੋਂ ਕਦੇ ਸੁਖ ਸ਼ਾਂਤੀ ਪੈਦਾ ਵੀ ਨਹੀਂ ਹੁੰਦੀ ਹੈ। ਇਹ ਬੇਕਾਰ ਔਰ ਵਿਅਰਥ ਨੇ। ਸੱਚਾ ਰੰਗ ਮਜੀਠ ਕਾ ਗੁਰਮੁਖ ਬ੍ਰਹਮ ਵਿਚਾਰ। ਬ੍ਰਹਮ ਵਿਚਾਰ ਦਾ ਮਤਲਬ ਪ੍ਰਭੂ ਦੀ ਵਿਚਾਰ, ਰੱਬ ਦੀਆਂ ਗੱਲਾਂ, ਰੱਬ ਦੀ ਸਿਫਤ ਸਲਾਹ। ਗੁਰਮੁਖ ਦਾ ਮਤਲਬ ਗੁਰੂ ਦੇ ਸਨਮੁਖ ਹੋਣਾ। ਗੁਰੂ ਦੇ ਸਨਮੁਖ ਹੋ ਕੇ ਰੱਬ ਦੀਆਂ ਸਿਫਤ ਸਲਾਹ ਦੀਆਂ ਗੱਲਾਂ, ਇਹ ਮਜੀਠ ਦਾ ਪੱਕਾ ਰੰਗ ਹੈ। ਇਹ ਰੰਗ ਕਦੇ ਵੀ ਨਹੀਂ ਉਤਰਦਾ, ਇਹਨਾਂ ਦਾ ਸੁੱਖ ਕਦੇ ਵੀ ਖਤਮ ਨਹੀਂ ਹੁੰਦਾ। ਮਤਲਬ ਕਿ ਗੁਰੂ ਦੇ ਚਰਨਾਂ ਦੀ ਸ਼ਰਨ ਲੈ ਕੇ ਸਾਨੂੰ ਪ੍ਰਭੂ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਇਹ ਪੱਕਾ ਰੰਗ ਹੈ, ਇੱਕ ਜੀਵਨ ਦੀ ਅਟਲ ਸੱਚਾਈ ਹੈ ਕਿ ਇਹਨਾਂ ਗੁਣਾਂ ਤੋਂ ਪੈਦਾ ਕੀਤਾ ਹੋਇਆ ਸੁੱਖ ਕਦੇ ਖਤਮ ਨਹੀਂ ਹੁੰਦਾ। ਨਾਨਕ ਪ੍ਰੇਮ ਮਹਾਰਸੀ, ਸਭ ਬੁਰਾਈਆਂ ਛਾਰ। ਰਸੀ ਦਾ ਮਤਲਬ ਰਸੀ ਹੋਈ, ਭਿੱਜੀ ਹੋਈ। ਛਾਰ ਦਾ ਮਤਲਬ ਸਵਾ। ਜਿਹੜੀ ਪ੍ਰੇਮ ਦੇ ਮਹਾਰਸ ਵਿੱਚ ਰਸੀ, ਉਹਦੀਆਂ ਸਾਰੀਆਂ ਬੁਰਾਈਆਂ ਸੜ ਕੇ ਸਵਾਹ ਹੋ ਜਾਂਦੀਆਂ। ਹੇ ਨਾਨਕ, ਜੋ ਜੀਵ ਇਸਤਰੀ ਪ੍ਰਭੂ ਦੇ ਪਿਆਰ ਦੇ ਮਹਾਰਸ ਵਿੱਚ ਭਿੱਜੀ ਹੋਈ ਹੈ, ਉਹਦੇ ਸਾਰੇ ਔਗਣ ਸੜ ਕੇ ਰਾਖ ਹੋ ਜਾਂਦੇ ਨੇ। ਤਾਂ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ ਦੇ ਔਗਣ ਵੀ ਸੜ ਕੇ ਸਵਾਹ ਹੋ ਜਾਣ, ਤਾਂ ਉਹਦੇ ਵਾਸਤੇ ਇੱਕ ਹੀ ਫਾਰਮੂਲਾ ਹੈ, ਰੱਬੀ ਗੁਣਾਂ ਦੇ ਨਾਲ ਪਿਆਰ ਕਰਨਾ। ਸੱਚ ਨਾਲ ਪਿਆਰ ਕਰ ਲਓ, ਝੂਠ ਖਤਮ ਹੋ ਜਾਏਗਾ। ਪਿਆਰ ਨਾਲ ਪਿਆਰ ਕਰ ਲਓ, ਈਰਖਾ ਮੁੱਟ ਜਾਏਗੀ। ਨਿਮਰਤਾ ਧਾਰਨ ਕਰ ਲਓ, ਹੰਕਾਰ ਮਿਟ ਜਾਏਗਾ। ਸੰਤੋਖ ਦੇ ਧਾਰਨੀ ਹੋ ਜਾਓ, ਲੋਭ ਖਤਮ ਹੋ ਜਾਏਗਾ। ਪੌੜੀ, ਇਹ ਜਗ ਆਪ ਉਪਾਇਓ ਕਰ ਚੋਜ ਵਿਡਾਨ। ਚੋਜ ਵਿਡਾਨ ਦਾ ਮਤਲਬ ਅਸ਼ਚਰਜ ਕੌਤਕ, ਉਪਾਇਓਂ ਦਾ ਮਤਲਬ ਉਪਾਇਆ, ਵਿਡਾਨ ਦਾ ਮਤਲਬ ਅਸ਼ਚਰਜਤਾ। ਹੈਰਾਨ ਕਰ ਦੇਣ ਵਾਲੇ ਕੌਤਕ ਕਰਕੇ ਪ੍ਰਭੂ ਨੇ ਇਹ ਆਪ ਜਗਤ ਆਪਣੇ ਆਪ ਤੋਂ ਉਪਾਇਆ ਹੈ, ਪੈਦਾ ਕੀਤਾ ਹੈ। ਯਾਨੀ ਇੱਕ ਹੈਰਾਨ ਕਰ ਦੇਣ ਵਾਲਾ ਕੌਤਕ ਹੈ। ਇੱਥੇ ਚਾਰ ਚਫੇਰੇ ਹੈਰਾਨਗੀ ਹੀ ਹੈਰਾਨਗੀ ਹੈ। ਜਦੋਂ ਗੋਹ ਦੇ ਨਾਲ ਤੱਕੋਗੇ, ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੇਦ ਵਾਲੀ ਅਵਸਥਾ ਬਣੇਗੀ। ਪੰਜ ਧਾਤ ਵਿੱਚ ਪਾਇਆਂ ਮੋਹ ਝੂਠ ਗੁਮਾਨ। ਇਸ ਵਿੱਚ ਪੰਜ ਤੱਤ ਪਾ ਦਿੱਤੇ ਨੇ, ਯਾਨੀ ਪੰਜਾਂ ਤੱਤਾਂ ਤੋਂ ਇਹ ਸਰੀਰ ਬਣਿਆ ਹੈ। ਹੁਣ ਇਸ ਮੋਹ ਝੂਠ ਗੁਮਾਨ ਨੂੰ ਅਗਲੀ ਪੰਕਤੀ ਦੇ ਨਾਲ ਜੋੜ ਕੇ ਪੜਾਂਗੇ ਤਾਂ ਅਰਥ ਸਪਸ਼ਟ ਹੋ ਜਾਏਗਾ। ਆਵੇ ਜਾਏ ਭਵਾਈਏ ਮਨਮੁਖ ਅਗਿਆਨ। ਜੋ ਮਨ ਦੇ ਪਿੱਛੇ ਤੁਰਨ ਵਾਲਾ ਹੈ, ਅਗਿਆਨੀ ਹੈ, ਉਹਦੇ ਅੰਦਰ ਮੋਹ ਹੈ, ਉਹਦੇ ਅੰਦਰ ਝੂਠ ਹੈ, ਉਹਦੇ ਅੰਦਰ ਗੁਮਾਨ ਹੈ। ਆਵੇ ਜਾਏ ਭਵਾਈਏ, ਭਵਾਈ ਦਾ ਮਤਲਬ ਭਟਕਦਾ ਹੈ। ਆਵੇ ਜਾਏ ਦਾ ਮਤਲਬ ਆਉਂਦਾ ਹੈ ਔਰ ਜਾਂਦਾ ਹੈ, ਜੰਮਦਾ ਔਰ ਮਰ ਜਾਂਦਾ ਹੈ। ਭਵਾਈਏ ਦਾ ਮਤਲਬ ਭਟਕਦਾ ਰਹਿੰਦਾ ਹੈ। ਮਨ ਦੇ ਪਿੱਛੇ ਤੁਰਨ ਵਾਲਾ ਅਗਿਆਨ ਵਾਲਾ ਮਨੁੱਖ ਸੰਸਾਰ ਵਿੱਚ ਆਉਂਦਾ ਹੈ, ਭਟਕਦਾ ਹੈ, ਮਰ ਜਾਂਦਾ ਹੈ ਔਰ ਉਹਦੀ ਜ਼ਿੰਦਗੀ ਦੇ ਅੰਦਰ ਝੂਠ ਔਰ ਅਗਿਆਨਤਾ ਆਦਿਕ ਬਣੀ ਰਹਿੰਦੀ ਹੈ। ਮੋਹ ਹੈ, ਝੂਠ ਹੈ, ਗੁਮਾਨ ਹੈ ਔਰ ਭਟਕਦਾ ਹੈ। ਆਤਮਕ ਮੌਤੇ ਮਰ ਜਾਂਦਾ ਹੈ, ਆਉਂਦਾ ਹੈ ਤੇ ਚਲਾ ਜਾਂਦਾ ਹੈ। ਯਾਨੀ ਪ੍ਰਭੂ ਨੇ ਸੰਸਾਰ ਪੈਦਾ ਕੀਤਾ। ਇੱਥੇ ਹੈਰਾਨ ਕਰ ਦੇਣ ਵਾਲੇ ਅਨੰਤ ਕੌਤਕ ਨੇ। ਮਨੁੱਖ ਨੂੰ ਇੱਥੇ ਆਣ ਕੇ ਗੁਣਾਂ ਦੇ ਧਾਰਨੀ ਹੋਣਾ ਚਾਹੀਦਾ ਸੀ, ਲੇਕਿਨ ਆਪ ਹੁਦਰੇਪਨ ਕਰਕੇ ਆਪਣੇ ਅੰਦਰ ਮੋਹ, ਝੂਠ ਔਰ ਅਹੰਕਾਰ ਨੂੰ ਲੈ ਕੇ ਭਟਕਦਾ ਹੋਇਆ ਆਤਮਕ ਮੌਤੇ ਮਰਿਆ ਰਹਿੰਦਾ। ਇਕਨਾ ਆਪ ਬੁਝਾਇਓ ਗੁਰਮੁਖ ਹਰ ਗਿਆਨ। ਪਰ ਸਾਰੇ ਨਹੀਂ ਭਟਕਦੇ। ਕਈ ਜੀਵਾਂ ਨੂੰ ਪ੍ਰਭੂ ਨੇ ਗੁਰੂ ਦੇ ਸਨਮੁਖ ਕਰਕੇ ਆਪਣਾ ਗਿਆਨ ਆਪ ਸਮਝਾਇਆ ਹੈ। ਯਾਨੀ ਕਈ ਲੋਕ ਐਸੇ ਨੇ ਜੋ ਗੁਰੂ ਦੇ ਚਰਨਾਂ ਦੀ ਸ਼ਰਨ ਲੈਂਦੇ ਨੇ, ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਂਦੇ ਨੇ, ਤਾਂ ਉਹਨਾਂ ਨੂੰ ਪ੍ਰਭੂ ਆਪਣਾ ਆਪਾ ਬੁਝਾ ਦਿੰਦਾ ਹੈ, ਸਮਝਾ ਦਿੰਦਾ ਹੈ। ਉਹਨਾਂ ਨੂੰ ਸਮਝ ਪੈ ਜਾਂਦੀ ਹੈ ਕਿ ਇਹ ਸਾਰਾ ਸੰਸਾਰ ਰੱਬ ਦਾ ਹੀ ਰੂਪ ਹੈ। ਉਹ ਬੰਦੇ ਭਟਕਦੇ ਨਹੀਂ, ਉਹ ਬੰਦੇ ਡੋਲਦੇ ਨਹੀਂ ਜੋ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਂਦੇ ਹਨ। ਭਗਤ ਖਜ਼ਾਨਾ ਬਖਸ਼ਿਓਨ ਹਰ ਨਾਮ ਨਿਧਾਨ। ਨਿਧਾਨ ਦਾ ਮਤਲਬ ਖਜ਼ਾਨਾ, ਬਖਸ਼ਿਓਨ ਦਾ ਮਤਲਬ ਬਖਸ਼ਿਆ ਹੈ, ਭਗਤ ਦਾ ਮਤਲਬ ਗੁਣਾਂ ਦਾ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ, ਉਸ ਪ੍ਰਭੂ ਨੇ ਭਗਤੀ ਦੇ ਨਾਮ ਰੂਪੇ ਖਜ਼ਾਨੇ ਉਹਨਾਂ ਨੂੰ ਬਖਸ਼ ਦਿੱਤੇ ਨੇ ਜੋ ਗੁਰੂ ਦੇ ਚਰਨਾਂ ਦੀ ਸ਼ਰਨ ਲੈਂਦੇ ਨੇ। ਯਾਨੀ ਜੋ ਗੁਰੂ ਦੇ ਚਰਨਾਂ ਦੀ ਸ਼ਰਨ ਲੈਣਗੇ, ਉਹਨਾਂ ਨੂੰ ਇਹ ਨਾਮ ਨਿਧਾਨ, ਭਗਤੀ ਦਾ ਖਜ਼ਾਨਾ, ਗੁਣਾਂ ਦਾ ਖਜ਼ਾਨਾ, ਸੁੱਖਾਂ ਦਾ ਖਜ਼ਾਨਾ ਮਿਲ ਜਾਏਗਾ। ਤਾਂ ਜੇ ਅਸੀਂ ਵੀ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ ਦੇ ਅੰਦਰ ਸੁੱਖਾਂ ਦਾ ਜਿਹੜਾ ਖਜ਼ਾਨਾ ਹੈ
ਉਹ ਪੈਦਾ ਹੋਵੇ ਔਰ ਅਸੀਂ ਸੁੱਖਾਂ ਦੇ ਖਜ਼ਾਨੇ ਨੂੰ ਮਾਣ ਸਕੀਏ, ਤਾਂ ਉਹਦੇ ਵਾਸਤੇ ਸਾਡੇ ਕੋਲ ਇੱਕ ਹੀ ਨੇਮ ਬਚਦਾ ਹੈ ਕਿ ਅਸੀਂ ਗੁਰੂ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਨੂੰ ਆਪ ਪੜ੍ਹੀਏ, ਗੁਰਬਾਣੀ ਨੂੰ ਆਪ ਵਿਚਾਰੀਏ ਔਰ ਗੁਰਬਾਣੀ ਮੁਤਾਬਕ ਜ਼ਿੰਦਗੀ ਜੀ ਕੇ ਆਪਣੇ ਜੀਵਨ ਨੂੰ ਸਫਲ ਔਰ ਸੁਚੱਜਾ ਕਰਨ ਦਾ ਯਤਨ ਕਰੀਏ।